ਹੈਲੋ ਦੋਸਤੋ, ਵੈਲਕਮ ਆ ਤੁਹਾਡੇ ਆਪਣੇ ਚੈਨਲ ਪ੍ਰੀਤ ਐਜੂਕੇਸ਼ਨ 'ਤੇ। ਅੱਜ ਆਪਣਾ ਜਿਹੜਾ ਟੌਪਿਕ ਆ ਉਹ ਆਪਾਂ ਕਰਾਂਗੇ EVS ਦਾ ਟੌਪਿਕ ਆ। ਠੀਕ ਆ, EVS ਦੇ ਵਿੱਚੋਂ ਵੀ ਕੀ ਆਪਣਾ ਬਾਇਓ ਡਾਇਵਰਸਿਟੀ ਦਾ ਟੌਪਿਕ ਆ, ਯਾਨੀ ਕਿ ਜੀਵ ਵਿਭਿੰਨਤਾ। ਇਹਦੇ ਬਾਰੇ ਆਪਾਂ ਗੱਲ ਕਰਨੀ ਆ। UPSC PPSC SSC ਈਵਨ ਕੋਈ ਵੀ ਕੰਪੀਟੀਟਿਵ ਐਗਜ਼ਾਮ ਆ, ਹਰ ਇੱਕ ਦੇ ਵਿੱਚ ਜਿੱਥੇ EVS ਦਾ ਪੋਰਸ਼ਨ ਆਉਂਦਾ ਤਾਂ ਉਹਦੇ 'ਚ ਤੁਹਾਨੂੰ ਇਹ ਟੌਪਿਕ ਪੱਕਾ ਦੇਖਣ ਨੂੰ ਮਿਲੂਗਾ। ਈਵਨ ਤੁਸੀਂ ਜੇ ਸਟੇਟ ਲੈਵਲ ਦਾ ਕੋਈ ਜਾਂ ਫਿਰ UPSC ਦੇ ਪੁਰਾਣੇ ਪੇਪਰ ਦੇਖੋਗੇ ਤਾਂ ਉਹਨਾਂ ਦੇ ਵਿੱਚ ਤੁਹਾਨੂੰ ਕੁਐਸਚਨ ਆ ਜਿਹੜੇ ਬੜੇ ਦੇਖਣ ਨੂੰ ਮਿਲਣਗੇ, ਔਰ ਇਹਦੇ 'ਚੋਂ ਕਾਫੀ ਸਟੇਟਮੈਂਟ ਵਾਲੇ ਜਿਹੜੇ ਕੁਐਸਚਨ ਨੇ ਉਹ ਬਣਦੇ ਆ। ਓਕੇ, ਵੈਸੇ ਆ ਇੱਕ ਤੁਹਾਡੇ ਲਈ ਸਿੰਪਲ ਕੁਐਸਚਨ ਆ, ਇਹ ਸਟੇਟਮੈਂਟ ਵਾਲਾ ਨਹੀਂ ਹੈਗਾ। ਤਾਂ ਇਹਦੇ 'ਚ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅ ਸਾਈਟ ਫॉर ਇਨ ਸਿਤੂ ਮੈਥਡ ਆਫ ਕੰਜ਼ਰਵੇਸ਼ਨ ਆਫ ਫਲੋਰਾ। ਤਾਂ ਹੁਣ ਇਹਦੇ 'ਚ ਕੀ ਆ, ਇਹਦੇ 'ਚ ਤੁਸੀਂ ਦੱਸਣਾ ਵੀ ਇਹਨਾਂ ਦੇ ਵਿੱਚੋਂ ਕਿਹੜਾ ਹੈਗਾ ਜਿਹੜਾ ਇਨ ਸਿਤੂ ਮੈਥਡ ਆ ਜਿਹੜਾ ਉਹ ਨਹੀਂ ਹੈਗਾ ਫਲੋਰਾ ਦੇ ਲਈ। ਠੀਕ ਆ, ਤਾਂ ਇਹਦੇ A ਆਪਸ਼ਨ ਆ, B ਆ, C ਆ, D ਆ, ਮਤਲਬ ਕਿ ਜਿਹੜੀ ਵੀ ਆਪਸ਼ਨ ਹੋਊਗੀ 2 ਵਾਰ ਪੈ ਗਈ ਵੈਸੇ ਆਪਸ਼ਨ, ਡਬਲ ਵਾਰ ਲਿਖਿਆ ਗਿਆ। ਚਲੋ ਤੁਸੀਂ A ਤਾਂ ਹੀ ਆ, ਇਹਦੇ 'ਚੋਂ ਕਿਹੜਾ ਆਨਸਰ ਹੋਊਗਾ ਉਹ ਤੁਸੀਂ ਕਮੈਂਟ ਕਰਕੇ ਦੱਸਣਾ। ਇਹਦਾ ਆਨਸਰ ਦਊਂਗਾ ਮੈਂ ਤੁਹਾਨੂੰ ਵੀਡੀਓ ਦੇ ਐਂਡ 'ਤੇ, ਉਦੋਂ ਤੱਕ ਤਾਂ ਤੁਹਾਨੂੰ ਆਪਣੇ ਆਪ ਹੀ ਆਨਸਰ ਕਲੀਅਰ ਹੋ ਜਾਏਗਾ ਇਹਦਾ ਵੀ ਹਾਂ ਆਨਸਰ ਇਹਦਾ ਕੀ ਆ ਬਾਕੀ। ਓਕੇ, ਤਾਂ ਅੱਜ ਆਪਾਂ ਗੱਲ ਕਰਦੇ ਹਾਂ। ਅੱਜ ਜਾਣੀ ਕਿ 21 ਮਾਰਚ, ਜਿਵੇਂ ਆਪਾਂ ਕੱਲ੍ਹ ਦੇਖਿਆ ਸੀ ਵੀ 20 ਮਾਰਚ ਸੀਗਾ ਵਰਲਡ ਹੈਪੀਨੈਸ ਡੇ ਸੀਗਾ, ਔਰ ਅੱਜ ਆਪਾਂ ਦੇਖੀਏ ਅੱਜ ਜਿਹੜਾ ਡੇ ਆ ਉਹ ਹੈਗਾ ਇੰਟਰਨੈਸ਼ਨਲ ਡੇ ਆਫ ਫੋਰੈਸਟਸ। ਅੱਜ ਦਾ ਦਿਨ ਹੈਗਾ ਇੰਟਰਨੈਸ਼ਨਲ ਡੇ ਆਫ ਫੋਰੈਸਟਸ। ਤਾਂ ਮਤਲਬ ਹੁਣ ਇਹ ਜਦੋਂ ਮਨਾਇਆ ਜਾ ਰਿਹਾ, ਔਰ ਇਹਦੀ ਜਿਹੜੀ ਥੀਮ ਆ ਆਪਾਂ ਐਗਜ਼ਾਮ ਦੇ ਪੁਆਇੰਟ ਤੋਂ ਬਸ 2-3 ਚੀਜ਼ਾਂ ਧਿਆਨ 'ਚ ਰੱਖਣੀਆਂ ਨੇ। ਔਰ ਇਹ ਫਸਟ ਟਾਈਮ ਜਿਹੜਾ ਕੀਤਾ ਗਿਆ ਸੀ ਉਹ 2013 ਦੇ ਵਿੱਚੋਂ ਸ਼ੁਰੂ ਕਰਿਆ ਸੀਗਾ, ਜਦੋਂ ਤੋਂ ਇਹਨੂੰ ਯੂਨਾਈਟਿਡ ਨੇਸ਼ਨ ਨੇ ਕਿਹਾ ਗਾ। ਤਾਂ ਇਹਦੀ ਜਿਹੜੀ 2022 ਦੀ ਥੀਮ ਆ 2022 ਦੀ ਥੀਮ ਤੁਸੀਂ ਧਿਆਨ ਦੇ ਵਿੱਚ ਰੱਖਿਓ, ਐਗਜ਼ਾਮ ਦੇ ਵਿੱਚ ਇਹ ਪੁੱਛੀ ਜਾ ਸਕਦੀ ਆ। ਇਹਦੀ ਥੀਮ ਹੈਗੀ ਆ ਫੋਰੈਸਟਸ ਐਂਡ sustainable production and consumption। ਅੱਜ ਦੀ ਥੀਮ ਇੰਪੋਰਟੈਂਟ ਆ, ਕਦੋਂ 2013 ਦੇ ਵਿੱਚ, ਔਰ ਇਹ ਪੂਰੇ ਵਿਸ਼ਵ ਲੈਵਲ 'ਤੇ ਮਨਾਇਆ ਜਾਂਦਾ। ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ। ਜਿਵੇਂ ਕਿ ਆਪਾਂ ਹੁਣ ਬਾਇਓਡਾਇਵਰਸਿਟੀ ਦਾ ਦਿਨ ਆ, ਇਹਦੇ ਬਾਰੇ ਵੀ ਗੱਲ ਕਰਾਂਗੇ। ਅੱਜ ਦੀ ਮੈਂ ਤੁਹਾਨੂੰ ਥੀਮ ਦੱਸਤੀ, 2013 ਦੇ ਵਿੱਚ ਇਹ ਪਹਿਲੀ ਵਾਰੀ ਜਿਹੜਾ ਉਹ ਕਰਿਆ ਗਿਆ ਸੀ। ਇਹ ਦਿਨ ਦੱਸਿਆ ਜਾਂਦਾ ਵੀ ਜਿਹੜੇ ਦਰਖਤ ਨੇ ਤਾਂ ਉਹਨਾਂ ਦੇ ਬਾਰੇ ਮਤਲਬ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਵੀ ਸਾਡੇ ਲਈ ਇਹ ਕਿੰਨੇ ਇੰਪੋਰਟੈਂਟ ਨੇ। ਓਕੇ, 2012 ਦੇ ਵਿੱਚ ਇਹਦਾ ਰੈਜੂਲੇਸ਼ਨ ਜਿਹੜਾ ਲਿਆਂਦਾ ਅਤੇ 2013 ਤੋਂ ਇਹ ਸ਼ੁਰੂ ਕਰ ਦਿੱਤਾ ਗਿਆ ਸੀ। ਉਮੀਦ ਕਰਦਾ ਵੀ ਤੁਹਾਨੂੰ ਇੰਨਾ ਕਲੀਅਰ ਹੋ ਗਿਆ ਹੋਊਗਾ। ਹੁਣ ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਆਪਾਂ ਕਾਹਦੇ ਬਾਰੇ ਗੱਲ ਕਰਨੀ ਆ, ਬਾਇਓ ਡਾਇਵਰਸਿਟੀ ਦੇ ਬਾਰੇ। ਤਾਂ ਇਹਦੇ ਬਾਰੇ ਹੁਣ ਆਪਾਂ ਗੱਲਾਂ ਕਰਦੇ ਹਾਂ। ਦੇਖੋ, ਦ ਟਰਮ ਬਾਇਓਡਾਇਵਰਸਿਟੀ ਵਾਜ਼ ਕੁਆਇਨਡ ਬਾਏ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਆਊਗਾ ਵੀ ਇਹ ਜਿਹੜੀ ਟਰਮ ਆ ਉਹ ਕੁਆਇਨ ਕਿਹਨੇ ਕੀਤੀ ਸੀ। ਤਾਂ ਇਹਦਾ ਨਾਮ ਆ ਵਾਲਟਰ ਜੀ ਰੋਜ਼ਨ। ਇਹਨੇ ਕਿੰਨੇ 'ਚ ਕੀਤੀ ਸੀ? 1986 ਦੇ ਵਿੱਚ ਕੀਤੀ ਸੀ। ਓਕੇ, ਤਾਂ ਸਭ ਤੋਂ ਪਹਿਲਾਂ ਇਹ ਕੁਐਸਚਨ ਬਹੁਤ ਵਾਰ ਆਇਆ ਵਾ, ਤੁਸੀਂ ਇਹਨੂੰ ਵੀ ਧਿਆਨ ਦੇ ਵਿੱਚ ਰੱਖਣਾ ਵੀ ਇਹ ਟਰਮ ਕੁਆਇਨ ਕਿਹਨੇ ਕੀਤੀ ਆ? ਵਾਲਟਰ ਜੀ ਰੋਜ਼ਨ ਨੇ। ਹੁਣ ਆਪਣੇ ਮਨ ਦੇ ਵਿੱਚ ਆਉਂਦਾ ਵੀ ਬਾਇਓਡਾਇਵਰਸਿਟੀ ਆਪਾਂ ਕਹਿ ਤਾਂ ਰਹੇ ਹਾਂ, ਇਹਦਾ ਮਤਲਬ ਕੀ ਹੁੰਦਾ? ਡਾਇਵਰਸਿਟੀ ਦਾ ਮਤਲਬ ਹੁੰਦਾ ਭਿੰਨਤਾ, ਬਾਇਓ ਮਤਲਬ ਜੀਵ, ਜੀਵ ਵਿਭਿੰਨਤਾ। ਹੁਣ ਇਹ ਕੀ ਹੁੰਦਾ? ਇੱਕ ਜਗ੍ਹਾ 'ਤੇ ਅਲੱਗ-ਅਲੱਗ ਜੀਵਾਂ ਦਾ ਪਾਇਆ ਜਾਣਾ, ਉਹਨੂੰ ਅਸੀਂ ਕੀ ਕਹਿੰਦੇ ਆ? ਬਾਇਓਡਾਇਵਰਸਿਟੀ ਕਹਿੰਦੇ ਆ। ਕਲੀਅਰ ਆ? ਇਹਦੇ 'ਚ ਕੀ ਆ ਜਾਂਦਾ? ਜਿੰਨੇ ਵੀ ਜਿਉਂਦੇ ਜਾਗਦੇ ਜੀਵ ਫਿਰਦੇ ਨੇ, ਜਿੰਨੀਆਂ ਵੀ ਪ੍ਰਜਾਤੀਆਂ ਨੇ, ਜਿੰਨੀ ਪਾਪੂਲੇਸ਼ਨਾਂ, ਟਰੀਜ਼ ਵਗੈਰਾ, ਸਾਰੀਆਂ ਚੀਜ਼ਾਂ ਆਪਾਂ ਇਹਦੇ 'ਚ ਸ਼ਾਮਲ ਕਰ ਲੈਂਦੇ ਹਾਂ। ਦੈਨ ਫਿਰ ਇਹ ਬਣ ਜਾਂਦੀ ਆਪਣੇ ਕੋਲ ਬਾਇਓਡਾਇਵਰਸਿਟੀ। ਕਲੀਅਰ ਆ ਬਈ? ਇਹਨੂੰ ਕਹਿੰਦੇ ਨੇ ਬਾਇਓਡਾਇਵਰਸਿਟੀ। ਟਰਮ ਦਿੱਤੀ ਸੀ ਇਹ ਰੋਜ਼ਨ ਨੇ 1986 ਦੇ ਵਿੱਚ। ਆਹ ਤਾਂ ਹੋ ਗਿਆ ਤੁਹਾਨੂੰ ਕਲੀਅਰ। ਹੁਣ ਇਹਦੇ ਲਈ ਵੀ ਕੀ ਆਪਾਂ ਕੋਈ ਡੇ ਸੈਲੀਬ੍ਰੇਟ ਕਰਦੇ ਹਾਂ? ਹਾਂ ਵੀ ਕਰਦੇ ਹਾਂ। ਇਹ ਕੀਤਾ ਜਾਂਦਾ 22 ਮਈ। ਠੀਕ ਆ, 22 ਮਈ ਨੂੰ ਕਰਿਆ ਜਾਂਦਾ ਇੰਟਰਨੈਸ਼ਨਲ ਡੇ ਫॉर ਬਾਇਓਡਾਇਵਰਸਿਟੀ। ਪਰ ਕੁਝ ਦੇਸ਼ ਇਹੋ ਜਿਹੇ ਵੀ ਨੇ ਜਿਹੜੇ ਇਹਨੂੰ ਕਰਦੇ ਨੇ 29 ਦਸੰਬਰ ਨੂੰ। ਠੀਕ ਆ, ਆਪ ਦੇ ਲੈਵਲ 'ਤੇ ਕਰਦੇ ਆ। ਆਹ ਮਤਲਬ ਕਿ ਇੰਟਰਨੈਸ਼ਨਲ ਲੈਵਲ ਵਾਲਾ 22 ਮਈ ਜਿਹੜਾ ਉਹ ਇੰਟਰਨੈਸ਼ਨਲ ਵਾਲਾ। ਕਲੀਅਰ ਆ? ਹੁਣ ਤੁਹਾਨੂੰ ਮਤਲਬ ਕਲੀਅਰ ਹੋ ਗਿਆ, ਇਹ ਕਿਹਨੇ ਟਰਮ ਕੁਆਇਨ ਕੀਤੀ ਆ ਉਹ ਵੀ ਤੁਹਾਨੂੰ ਕਲੀਅਰ ਹੋ ਗਿਆ। ਹੁਣ ਦੇਖੋ ਇਹਦੇ 'ਚ ਕੀ ਆ ਜਾਂਦਾ ਵੀ ਜਿੰਨੇ ਵੀ ਲਿਵਿੰਗ ਔਰਗੈਨਿਜ਼ਮ ਨੇ ਜਾਂ ਕੋਈ ਪ੍ਰਜਾਤੀਆਂ ਨੇ, ਠੀਕ ਆ, ਪਲਾਂਟਸ ਆ, ਐਨੀਮਲਸ ਆ, ਕੋਈ ਵੀ ਚੀਜ਼ ਆ, ਜੀਨਸ ਦੇ ਆਰ ਹੈਵ ਇਕੋਸਿਸਟਮ ਫਾਰਮਡ ਬਾਈ ਦੈਮ। ਤਾਂ ਇਹਨੂੰ ਅਸੀਂ ਸਾਰੀਆਂ ਚੀਜ਼ਾਂ ਨੂੰ ਇਨਕਲੂਡ ਕਿਹਦੇ 'ਚ ਕਰਦੇ ਹਾਂ? ਬਾਇਓ ਡਾਇਵਰਸਿਟੀ ਦੇ ਵਿੱਚ।
ਇੱਕ ਜਗ੍ਹਾ ਦੇ ਉੱਤੇ ਜਿੰਨੇ ਜਿਉਂਦੇ ਜਾਗਦੇ ਜੀਵ ਫਿਰਦੇ ਆ ਉਹਨੂੰ ਤੁਸੀਂ ਆਮ ਸ਼ਬਦਾਂ ਦੇ ਵਿੱਚ ਕਹਿ ਸਕਦੇ ਹੋ ਵੀ ਉਹਨੂੰ ਅਸੀਂ ਕਹਿੰਦੇ ਆ ਜੀਵ ਵਿਭਿੰਨਤਾ। ਓਕੇ, ਹੁਣ ਦੇਖੋ ਅੱਗੇ ਇਹਦੇ ਨਾਲ ਰਿਲੇਟਡ ਕਨਵੈਨਸ਼ਨ ਨੇ, ਤੇ ਆਹ ਕੁਝ ਕਨਵੈਨਸ਼ਨਾਂ ਦੇ ਇੱਥੇ ਨਾਮ ਨੇ, ਇਹਨਾਂ ਨੂੰ ਤੁਸੀਂ ਇੱਕ ਵਾਰ ਪੜ੍ਹ ਲਿਓ, ਧਿਆਨ ਦੇ ਲਿਓ, ਠੀਕ ਆ, ਬਾਅਦ ਦੇ ਵਿੱਚ ਦੇਖ ਲਿਓ। ਵੈਸੇ ਇਹਨਾਂ ਨੂੰ ਕਈ ਵਾਰ ਇਹ ਆ ਜਾਂਦਾ ਹੁੰਦਾ ਵੀ ਕਿਹੜਾ ਇਹਨਾਂ ਦੇ ਵਿੱਚੋਂ ਮਤਲਬ ਕਦੋਂ ਹੋਇਆ ਸੀ। ਆਹ ਦੋ ਧਿਆਨ ਦੇ ਵਿੱਚ ਰੱਖਿਓ। ਵੈਸੇ ਤਾਂ ਬੇਸਿਕਲੀ ਦੋ ਇੰਪੋਰਟੈਂਟ ਨੇ, ਇੱਕ ਤਾਂ ਰਾਮਸਰ ਕਨਵੈਨਸ਼ਨ ਹੋ ਗਿਆ ਵੈਟਲੈਂਡ ਵਾਲਾ, ਇਹ ਵੀ ਮੈਂ ਤੁਹਾਨੂੰ ਬਹੁਤ ਵਾਰ ਕਰਵਾਇਆ, 1971 ਦੇ ਵਿੱਚ ਸੀ। ਇਹ ਤੋਂ ਬਾਅਦ ਅਗਲੇ ਸਾਲ ਹੀ ਹੋ ਗਿਆ ਸੀ ਵਰਲਡ ਹੈਰੀਟੇਜ ਕਨਵੈਨਸ਼ਨ, ਇਹ 1973 ਦੇ ਵਿੱਚ ਹੋ ਗਿਆ ਸੀ। ਓਕੇ, ਬਾਕੀ ਇਹਨਾਂ ਦੇ ਵਿੱਚੋਂ ਆਹ ਦੇਖ ਲਿਓ, ਇੱਕ ਆਪਣਾ ਇੰਟਰਨੈਸ਼ਨਲ ਟ੍ਰੀਟੀ ਔਨ ਪਲਾਂਟ ਜੈਨੇਟਿਕ ਰਿਸੋਰਸ ਫॉर ਫੂਡ ਐਂਡ ਐਗਰੀਕਲਚਰ, ਇਹ ਹੋਇਆ ਸੀ 2004 ਦੇ ਵਿੱਚ। ਬਾਕੀ ਐਡੇ ਨਹੀਂ ਆਪਾਂ ਮਤਲਬ ਕਿ ਵੀ ਸਾਰੇ ਯਾਦ ਕਰਨੇ ਆ, ਤਾਂ ਆਹ ਤੁਸੀਂ ਇੰਨੇ ਕੁ ਧਿਆਨ ਦੇ ਵਿੱਚ ਰੱਖਿਓ ਤੇ ਤੁਹਾਡਾ ਕੰਮ ਚੱਲ ਜੂਗਾ। ਹੁਣ ਆਪਾਂ ਦੇਖ ਲੈਂਦੇ ਹਾਂ ਵੀ ਸਿਗਨੀਫੀਕੈਂਸ ਕੀ ਆ। ਹੁਣ ਜਿਹੜੀ ਆਪਣੇ ਕੋਲੇ ਬਾਇਓਡਾਇਵਰਸਿਟੀ ਹੁੰਦੀ ਆ, ਇਹਦਾ ਮਹੱਤਵ ਕੀ ਆ, ਤਾਂ ਚਾਹੇ ਤਾਂ ਇਹਦੇ 'ਚ ਆਪਾਂ ਇਕਨੋਮਿਕ ਦੇਖ ਲਈਏ ਜਾਂ ਫਿਰ ਇਕੋਲੋਜੀਕਲ ਦੇਖ ਲਈਏ, ਤਾਂ ਮਤਲਬ ਹਰ ਤਰੀਕੇ ਦੇ ਨਾਲ ਇਹ ਸਾਨੂੰ ਕੀ ਕਰਦੀ ਆ, ਸਾਡੇ ਲਈ ਫਾਇਦੇਮੰਦ ਹੁੰਦੀ ਆ। ਜਿਵੇਂ ਕਿ ਹਾਊਸ ਹੋ ਗਏ, ਫਿਊਲ ਹੋ ਗਿਆ, ਕਲੋਥਿੰਗ ਹੋ ਗਿਆ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਬਾਇਓਡਾਇਵਰਸਿਟੀ ਤੋਂ ਮਿਲਦੀਆਂ ਨੇ। ਜਿਵੇਂ ਕਿ ਸਾਨੂੰ ਆਯੁਰਵੈਦਿਕ ਮੈਡੀਸਨਸ ਆ, ਉਹ ਵੀ ਸਾਨੂੰ ਮਿਲਦੀ ਆ, ਸੋਰਸ ਆਫ ਇਨਕਮ ਵੀ ਬਣਦੀ ਆ। ਤਾਂ ਬਾਕੀ ਇਹਦੇ 'ਚ ਕਈ ਗਰੁੱਪ ਆਫ ਪਲਾਂਟਸ ਹੁੰਦੇ ਆ ਜਿਨ੍ਹਾਂ ਦੇ ਨਾਲ ਰੇਨਫਾਲ ਦੇ ਵਿੱਚ ਵਾਧਾ ਹੁੰਦਾ ਗਾ, ਠੀਕ ਆ, ਅਤੇ ਕਾਰਬਨ ਐਮਿਸ਼ਨਾਂ ਜਿਹੜਾ ਉਹ ਘਟੀ ਜਾਂਦਾ, ਆਕਸੀਜਨ ਇਹ ਮਤਲਬ ਕਿ ਆਪਾਂ ਨੂੰ ਦਿੰਦੇ ਆ, ਕਾਰਬਨ ਡਾਈਆਕਸਾਈਡ ਆਪਣੀ ਸੋਖੀ ਜਾਂਦੇ ਆ, ਜਿੰਨਾ ਪੋਲਿਊਸ਼ਨ ਆ ਉਹਨੂੰ ਵੀ ਦਰਖਤ ਸੋਖ ਲੈਂਦੇ ਆ। ਤਾਂ ਜੇ ਹੁਣ ਆਪਾਂ ਦੇਖੀਏ ਵੀ ਦਰਖਤਾਂ ਨੂੰ ਆਪਾਂ ਕਿਉਂ ਇੰਪੋਰਟੈਂਸ ਦੇ ਰਹੇ ਹਾਂ, ਕਿਉਂਕਿ ਜੇ ਦਰਖਤ ਹੋਣਗੇ ਤਾਂ ਉਹਨਾਂ 'ਤੇ ਰਹਿਣ ਵਾਲੇ ਜੀਵ ਪੰਛੀ ਜਿਹੜੇ ਵੀ ਉਹਨਾਂ ਦੇ ਆਲੇ ਦੁਆਲੇ ਰਹਿੰਦੇ ਆ, ਤਾਂ ਉਹਨਾਂ ਦਾ ਜੇ ਰਹਿਣ ਸਥਾਨ ਸਹੀ ਰਹੂਗਾ ਦੈਨ ਉਹ ਚੀਜ਼ਾਂ ਬਚਣਗੀਆਂ। ਹੁਣ ਜੇ ਦਰਖਤ ਹੀ ਨਾ ਰਹੇ ਤਾਂ ਪੰਛੀ ਰਹਿਣਗੇ ਕਿੱਥੇ? ਧਰਤੀ 'ਤੇ ਤਾਂ ਹੁਣ ਰਹਿਣੋ ਰਹੇ, ਮਤਲਬ ਕਿ ਆਪਣੇ ਵਾਂਗੂ ਧਰਾਤਲ 'ਤੇ ਨਹੀਂ ਰਹਿ ਸਕਦੇ ਨਾ ਉਹ ਮਤਲਬ ਕਿ ਦਰਖਤਾਂ ਦੇ ਉੱਪਰ ਹੀ ਉਹਨਾਂ ਨੇ ਆਪਣੇ ਆਲਣੇ ਬਣਾਉਣੇ ਆ। ਤਾਂ ਕਰਕੇ ਆਪਾਂ ਕਹਿ ਰਹੇ ਹਾਂ ਵੀ ਇਹ ਸਾਰੀਆਂ ਚੀਜ਼ਾਂ ਇੱਕ ਦੂਜੇ ਦੇ ਨਾਲ ਇੰਟਰਲਿੰਕ ਹੁੰਦੀਆਂ ਨੇ, ਤਾਂ ਇਹਦੇ ਸਿਗਨੀਫੀਕੈਂਸ ਨੇ। ਓਕੇ, ਬਾਕੀ ਟੂਰਿਜ਼ਮ ਦੇ ਲਈ ਵੀ ਇਹ ਇੰਪੋਰਟੈਂਟ ਹੁੰਦੀ ਆ। ਇਹ ਤੋਂ ਬਾਅਦ ਆਪਾਂ ਦੇਖਦੇ ਹਾਂ ਹੁਣ ਇਹਦੀਆਂ ਟਾਈਪਸ ਕਿੰਨੀਆਂ। ਤਾਂ ਟਾਈਪਸ ਦੇ ਆਧਾਰ 'ਤੇ ਆਪਾਂ ਇਹਨੂੰ 3 ਲੈਵਲਾਂ ਦੇ ਵਿੱਚ ਵੰਡਦੇ ਹਾਂ, ਠੀਕ ਆ। ਆਪਾਂ ਇਹਨੂੰ ਕਿੰਨੇ 'ਚ ਕੈਟਾਗਰਾਈਜ਼ ਕਰਦੇ ਹਾਂ, 3 ਮੇਨ ਟਾਈਪਸ ਨੇ ਇਹਦੀਆਂ। ਅਤੇ ਹੁਣ ਆਪਾਂ ਉਹਨਾਂ ਟਾਈਪਸ ਦੇ ਬਾਰੇ ਗੱਲ ਕਰਾਂਗੇ। ਤਾਂ ਦੇਖੋ, ਪਹਿਲੀ ਹੈਗੀ ਆ ਜੈਨੇਟਿਕ ਡਾਈਵਰਸਿਟੀ। ਓਕੇ, ਹੁਣ ਆਪਾਂ ਇਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰੀਏ। ਇਹ ਹੁੰਦੀ ਆ ਕੌਜ਼ਡ ਬਾਏ ਡਿਫਰੈਂਸ ਇਨ ਜੀਨ, ਮਤਲਬ ਕਿ ਇਹਦੇ ਤਾਂ ਤੁਹਾਨੂੰ ਨਾਮ ਤੋਂ ਹੀ ਕਲੀਅਰ ਆ ਨਾ। ਜੈਨੇਟਿਕ ਦਾ ਮਤਲਬ ਕੀ ਆ ਵੀ ਜਦੋਂ ਫਰਕ ਆ ਗਿਆ, ਕਾਹਦੇ 'ਚ ਆ ਗਿਆ? ਜੀਨਸ ਦੇ ਵਿੱਚ। ਜਦੋਂ ਉਹਦੇ ਜੀਨਸ ਦੇ ਵਿੱਚ ਫਰਕ ਆ ਗਿਆ ਤਾਂ ਉਹਨੂੰ ਅਸੀਂ ਕਹਿੰਦੇ ਆ ਜੈਨੇਟਿਕ ਬਾਇਓਡਾਇਵਰਸਿਟੀ। ਹੁਣ ਇਹਦਾ ਕੀ ਪਰਪਸ ਆ? ਇਹਦੇ ਕਰਕੇ ਸਾਨੂੰ ਅੱਡ ਅੱਡ ਜਿਹੜੇ ਸੁੰਦਰ ਫੁੱਲ ਨੇ, ਹੁਣ ਦੇਖੋ ਜੇ ਫੁੱਲ ਆ, ਇੱਕ ਗੁਲਾਬ ਦਾ ਫੁੱਲ ਆ, ਗੇਂਦੇ ਦਾ ਫੁੱਲ ਆ, ਲਿਲੀ ਦਾ ਫੁੱਲ ਆ, ਜੋ ਹੋਰ ਜਿੰਨੇ ਵੀ ਫੁੱਲ ਨੇ ਹੈ ਤਾਂ ਫੁੱਲ ਹੀ ਨੇ, ਪਰ ਉਹ ਸਾਰੇ ਕੋਈ ਲਾਲ ਆ, ਪੀਲਾ, ਨੀਲਾ, ਕਿਵੇਂ ਦੇ ਕਲਰ ਦਾ, ਤਾਂ ਸਭ ਦੇ ਕਲਰ ਅਲੱਗ-ਅਲੱਗ ਟਾਈਪ ਦੇ ਨੇ। ਤਾਂ ਉਹ ਉਹਨਾਂ ਦੇ ਵਿੱਚ ਜੀਨਸ ਡਾਇਵਰਸਿਟੀ ਹੁੰਦੀ ਆ। ਓਕੇ, ਤਾਂ ਉਹ ਜੀਨਸ ਚੇਂਜ ਹੋ ਗਏ ਪਰ ਹੈ ਤਾਂ ਫੁੱਲ ਹੀ ਨੇ ਨਾ। ਤਾਂ ਜੀਨ ਚੇਂਜ ਹੋਣ ਕਰਕੇ ਸਾਨੂੰ ਮਤਲਬ ਕਿ ਤਿਤਲੀਆਂ ਦੇਖ ਲਓ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਜਾਣੀ ਕਿ ਇੱਕ ਤਰ੍ਹਾਂ ਦੀ ਪ੍ਰਜਾਤੀ ਦੇ ਵਿੱਚ ਇੱਕੋ ਜਿਹੇ ਨਹੀਂ ਦਿਖਦੇ, ਉਹਨਾਂ ਦੇ ਜੀਨ ਅਲੱਗ-ਅਲੱਗ ਭਾਵ ਫਰਕ ਦੇ ਹੁੰਦੇ ਆ। ਜਿਵੇਂ ਕਿ ਆਪਾਂ ਆਪਣੇ 'ਤੇ ਲਾਈਏ, ਕੋਈ ਤਾਂ ਆਪਣੇ 'ਚੋਂ ਕਾਲਾ ਹੁੰਦਾ, ਠੀਕ ਆ, ਕੋਈ ਆਪਣੇ 'ਚੋਂ ਜ਼ਿਆਦਾ ਹੀ ਗੋਰਾ ਹੁੰਦਾ, ਕੋਈ ਕਿਵੇਂ ਦਾ ਹੁੰਦਾ। ਤਾਂ ਇਹ ਸਾਰਾ ਕਾਹਦੇ ਕਰਕੇ ਫਰਕ ਹੋ ਰਿਹਾ? ਜੀਨਸ ਦੇ ਕਰਕੇ। ਤਾਂ ਜਿਹੜੀ ਜੀਨਸ ਦੇ ਕਰਕੇ ਵਿਭਿੰਨਤਾ ਪਾਈ ਜਾਂਦੀ ਆ ਉਹਨੂੰ ਅਸੀਂ ਕਹਿੰਦੇ ਆ ਜੈਨੇਟਿਕ ਡਾਇਵਰਸਿਟੀ, ਠੀਕ ਆ। ਜਾਂ ਕਿਸੇ ਨਸਲ ਜਾਂ ਉਪਜਾਤੀ ਨਾਲ ਇਹਨੂੰ ਦਰਸਾ ਦਿੰਦੇ ਆ ਤਾਂ ਇਹਨੂੰ ਅਸੀਂ ਕਹਿੰਦੇ ਆ ਜੈਨੇਟਿਕ ਡਾਇਵਰਸਿਟੀ। ਓਕੇ, ਇਹ ਮੈਂ ਤੁਹਾਨੂੰ ਤਾਂ ਥੋੜ੍ਹੀਆਂ ਜਿਹੀਆਂ ਅੱਗੇ ਕਰਵਾ ਰਿਹਾ ਕਿਉਂਕਿ ਤੁਹਾਨੂੰ ਸਟੇਟਮੈਂਟ ਜਿਹੜੀ ਆ ਉਹ ਐਵੇਂ ਹੀ ਬਣਦੀਆਂ ਨੇ। ਤੁਸੀਂ ਪਹਿਲਾਂ ਪੁਰਾਣੇ ਕੁਐਸਚਨ ਚੱਕ ਕੇ ਦੇਖਿਓ ਇਹਨਾਂ ਦੇ। ਇਹ ਤੋਂ ਬਾਅਦ ਆਉਂਦੀ ਹੈ ਸਪੀਸੀਜ਼ ਡਾਇਵਰਸਿਟੀ, ਮਤਲਬ ਇਹ ਹੁੰਦੀ ਆ ਜਦੋਂ ਮਤਲਬ ਕਿ ਕਿਸੇ ਪ੍ਰਜਾਤੀ ਦੇ ਵਿੱਚ ਫਰਕ ਪਾਇਆ ਜਾਂਦਾ, ਠੀਕ ਆ, ਜਦੋਂ ਕਿਸੇ ਪ੍ਰਜਾਤੀ ਦੇ ਵਿੱਚ। ਜਿਵੇਂ ਕਿ ਹੁਣ ਦੇਖੋ, ਆਪਾਂ ਇੱਕ ਪਾਸੇ ਤਾਂ ਕਹਿੰਦੇ ਆਪਾਂ ਚਿੰਪੈਂਜੀ, ਠੀਕ ਆ, ਇੱਕ ਪਾਸੇ ਚਿੰਪੈਂਜੀ ਆ, ਚਲੋ ਦੂਸਰੇ ਪਾਸੇ ਆਪਣਾ ਆਪਾਂ ਯਾਨੀ ਕਿ ਹਿਊਮਨ। ਤਾਂ ਇਹਨਾਂ ਦੋਨਾਂ ਦੇ ਵਿੱਚ ਤਕਰੀਬਨ 98-99% ਜਿਹੜੇ ਜੀਨਸ ਨੇ ਉਹ ਸੇਮ ਪਾਏ ਜਾਂਦੇ ਆ, ਠੀਕ ਆ। ਆਪਣੇ ਚਿੰਪੈਂਜੀ ਦੇ ਨਾਲ ਇੰਨੇ ਜੀਨਸ ਨੇ ਜਿਹੜੇ ਉਹ ਮੈਚ ਕਰਦੇ ਨੇ ਉਹਦੇ ਨਾਲ। ਤਾਂ ਜਾਣੀ ਕਿ ਆਪਾਂ ਹੁਣ ਕਹਿ ਲਓ ਨੰਬਰ ਆਫ ਪਲਾਂਟਸ ਆਰ ਆਰਗੈਨਿਜ਼ਮ ਕਾਲਡ ਸਪੀਸੀਜ਼, ਭਿੰਨ ਪ੍ਰਕਾਰ ਦੇ ਪੌਦਿਆਂ ਅਤੇ ਜਾਨਵਰਾਂ ਦੀ ਸੰਖਿਆ। ਤਾਂ ਇਹਨੂੰ ਅਸੀਂ ਕੀ ਕਹਿੰਦੇ ਆ? ਸਪੀਸੀਜ਼ ਡਾਇਵਰਸਿਟੀ। ਜਿਵੇਂ ਕਿ ਕੋਈ ਹੋਰ ਅਲੱਗ ਪ੍ਰਜਾਤੀ ਆ ਤਾਂ ਉਹਦੇ ਨਾਲ ਜਿਹੜੀ ਵਿਭਿੰਨਤਾ ਪਾਈ ਜਾਂਦੀ ਆ ਉਹਨੂੰ ਅਸੀਂ ਕੀ ਕਹਿੰਦੇ ਆ? ਜਿਹੜੀ ਜੈਨੇਟਿਕ ਸੀ ਉਹ ਇੱਕੋ ਤਰ੍ਹਾਂ ਦੀ ਪ੍ਰਜਾਤੀ ਦੇ ਵਿੱਚ ਆਪਸੀ ਭਿੰਨਤਾ ਸੀ, ਇਹ ਹੁਣ ਪ੍ਰਜਾਤੀ ਦੇ ਵਿੱਚ ਭਿੰਨਤਾ ਆ ਗਈ। ਕਲੀਅਰ ਆ? ਇਸ ਤੋਂ ਬਾਅਦ ਤੀਜੀ ਦੇਖੋ ਇਕੋਸਿਸਟਮ ਡਾਇਵਰਸਿਟੀ।
ਹੁਣ ਇਹਦੇ 'ਚ ਕੀ ਆ ਗਿਆ, ਇਹਦੇ 'ਚ ਕਮਿਊਨਿਟੀ ਡਿਵੀਜ਼ਨ ਜਾਂ ਅਲੱਗ-ਅਲੱਗ ਹੈਬੀਟੇਟ ਹੁੰਦੇ ਆ, ਜਿਵੇਂ ਕਿ ਕੋਈ ਕੋਰਲ ਗ੍ਰਾਸਲੈਂਡ ਆ, ਵੈਟਲੈਂਡ ਆ, ਡੈਜ਼ਰਟ ਵਾਲਾ, ਮੈਨਗਰੂਵ ਵਾਲਾ। ਇਹ ਸਾਰਿਆਂ ਨੂੰ ਵਿੱਚ ਜਿਹੜੀ ਵਿਭਿੰਨਤਾ ਪਾਈ ਜਾਂਦੀ ਆ ਉਹਨੂੰ ਅਸੀਂ ਕਹਿੰਦੇ ਇਕੋਲੋਜੀਕਲ ਡਾਇਵਰਸਿਟੀ। ਓਕੇ, ਜਿਵੇਂ ਕਿਤੇ ਕੋਈ ਪੌਂਡ ਆ, ਲੇਕ ਆ, ਸੀ ਆ, ਠੀਕ ਆ, ਇਹਨੂੰ ਅਸੀਂ ਕਹਿੰਦੇ ਆ ਇਕੋਲੋਜੀਕਲ। ਤਾਂ ਹੁਣ ਉਮੀਦ ਕਰਦਾ ਵੀ ਤੁਹਾਨੂੰ ਇਹਦੀਆਂ ਜਿਹੜੀਆਂ ਤਿੰਨੋਂ ਲੈਵਲ ਨੇ, ਇਹਦੀਆਂ ਟਾਈਪਸ ਨੇ, ਉਹ ਤੁਹਾਨੂੰ ਕਲੀਅਰ ਹੋ ਗਈਆਂ ਹੋਣਗੀਆਂ। ਜੈਨੇਟਿਕ, ਸਪੀਸੀਜ਼, ਈਕੋਸਿਸਟਮ। ਹੁਣ ਆਪਾਂ ਗੱਲ ਕਰੀਏ ਵੀ ਬਾਇਓਡਾਇਵਰਸਿਟੀ ਦਾ ਮੇਨ ਕੀ ਹੁੰਦਾ, ਈਕੋਸਿਸਟਮ ਨੂੰ ਮੇਨਟੇਨ ਕਰਕੇ ਰੱਖਣਾ, ਇਕੋਲੋਜੀ ਨੂੰ ਮੇਨਟੇਨ ਕਰਕੇ ਰੱਖਣਾ, ਠੀਕ ਆ, ਵੀ ਤਾਂ ਜੋ ਕਿਸੇ ਚੀਜ਼ ਦੀ ਕੋਈ ਕਮੀ ਨਾ ਹੋਵੇ, ਕੋਈ ਚੀਜ਼ ਜ਼ਿਆਦਾ ਮਾਤਰਾ ਦੇ ਵਿੱਚ ਵੱਧ ਨਾ ਜਾਵੇ। ਤਾਂ ਇਹਦੇ ਕਰਕੇ ਇਹ ਸਾਡੇ ਕੋਲ ਇੰਪੋਰਟੈਂਟ ਹੋ ਜਾਂਦਾ ਵੀ ਆਪਾਂ ਬਾਇਓਡਾਇਵਰਸਿਟੀ ਨੂੰ ਸੇਫ ਕਰਕੇ ਰੱਖੀਏ। ਅਗਰ ਇਹ ਸੇਫ ਹੋਊਗੀ ਦੈਨ ਸਾਡੀ ਲਾਈਫ ਆ ਜਿਹੜੀ ਉਹ ਵੀ ਵਧੀਆ ਰਹੂਗੀ। ਹੁਣ ਤੁਸੀਂ ਦੇਖੋ ਵੀ ਆਪਣੇ 'ਚ ਪਾਪੂਲੇਸ਼ਨ ਵਧੀ ਜਾ ਰਹੀ ਆ, ਅੱਜ ਵਧੀ ਜਾ ਰਹੀ ਆ, ਆਪਾਂ ਪੇੜ ਨੂੰ ਘਟਾਉਂਦੇ ਤੁਰੇ ਜਾ ਰਹੇ ਹਾਂ। ਤਾਂ ਫਿਰ ਇਸ ਤੋਂ ਬਾਅਦ ਇੱਕ ਲੈਵਲ ਇਹੋ ਜਿਹਾ ਆ ਜਾਊਗਾ ਵੀ ਆਪਣੇ ਕੋਲ ਕੀ ਨਹੀਂ ਰਹਿਣੀ, ਆਕਸੀਜਨ ਜਮ੍ਹਾਂ ਨਹੀਂ ਰਹਿਣੀ, ਠੀਕ ਆ। ਇੱਕ ਲੈਵਲ ਇਹੋ ਜਿਹਾ ਆ ਜਾਊ, ਆਕਸੀਜਨ ਨਹੀਂ ਰਹਿਣੀ, ਔਰ ਪ੍ਰਦੂਸ਼ਣ ਵਧੂਗਾ, ਰੇਨਫਾਲ 'ਚ ਕਮੀ ਆ ਜਾਊਗੀ, ਖਾਣ ਲਈ ਸਾਡੇ ਕੋਲ ਚੀਜ਼ਾਂ ਨਹੀਂ ਰਹਿਣੀਆਂ। ਤਾਂ ਐਵੇਂ ਦੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦੇ ਕਰਕੇ ਵੀ ਇਹ ਖਤਮ ਹੋਈ ਜਾਂਦੀ ਆ। ਔਰ ਵੈਸੇ ਵੀ ਬਾਇਓਡਾਇਵਰਸਿਟੀ ਇਕੱਲੇ ਟਰੀਜ਼ ਦੇ ਨਾਲ ਨਹੀਂ ਹੁੰਦਾ, ਇਹ ਤਾਂ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਟਰੀਜ਼ ਦੀ। ਤਾਂ ਹਰ ਚੀਜ਼ ਜ਼ਰੂਰੀ ਆ। ਜਿਵੇਂ ਕਿ ਦੇਖੋ ਮੱਖੀਆਂ ਨੇ, ਆਪਾਂ ਕਹਿ ਦਿੰਦੇ ਹਾਂ ਵੀ ਮੱਖੀਆਂ ਨੇ। ਹੁਣ ਆਪਾਂ ਮੱਖੀਆਂ ਨੂੰ ਕਹਿੰਦੇ ਵੀ ਕਿਉਂ ਮੱਖੀਆਂ ਜ਼ਰੂਰੀ ਨੇ। ਹੁਣ ਦੇਖੋ ਤੁਸੀਂ ਕੋਈ ਬਾਹਰ ਚੀਜ਼ਾਂ ਹੁੰਦੀਆਂ ਨੇ, ਕੋਈ ਟੋਇਲਟ ਕਰਦਾ ਜਾਂ ਕੋਈ ਕੁੱਤੇ ਬਿੱਲੇ ਬਾਹਰ ਕਰਦੇ ਨੇ, ਤਾਂ ਉਹਨਾਂ ਨੂੰ ਮੱਖੀਆਂ ਹੀ ਉਹਨਾਂ ਦਾ ਮਤਲਬ ਕਿ ਤੁਸੀਂ ਕਹਿ ਲਓ ਉਹਨਾਂ ਨੂੰ ਗਾਲਦੀਆਂ ਨੇ, ਠੀਕ ਆ। ਤਾਂ ਉਹ ਵੀ ਜ਼ਰੂਰੀ ਨੇ। ਜਿਹੜੇ ਆਪਾਂ ਕਹਿ ਦਿੰਦੇ ਹਾਂ ਵੀ ਕਿਸੇ ਨੂੰ ਕੀੜੇ ਪੈ ਗਏ, ਸੁੰਡ ਪੈ ਗਏ, ਕੋਈ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਨੇ, ਤਾਂ ਉਹ ਵੀ ਉਹਨਾਂ ਦਾ ਜਿਹੜਾ ਮਾਸ ਆ ਉਹ ਐਵੇਂ ਤਾਂ ਮਤਲਬ ਕਿ ਮੁਸਕ ਵਗੈਰਾ ਉਹਦੇ 'ਚੋਂ ਆਉਂਦਾ। ਫਿਰ ਜਦੋਂ ਉਹ ਉਹਨੂੰ ਖਾ ਲੈਂਦੇ ਆ ਦੈਨ ਉਹ ਮਤਲਬ ਕਿ ਐਗਜ਼ਿਟ ਕਰਦੇ ਆ, ਤਾਂ ਫਿਰ ਇਸ ਤੋਂ ਬਾਅਦ ਉਹ ਮਿੱਟੀ ਬਣ ਜਾਂਦੀ ਆ। ਤਾਂ ਉਹ ਸਾਰੀਆਂ ਪ੍ਰਜਾਤੀਆਂ ਚੀਜ਼ਾਂ ਨੇ, ਜਿਵੇਂ ਆਪਾਂ ਕਹਿੰਦੇ ਵੀ ਮੱਖੀਆਂ ਮੱਛਰਾਂ ਤੋਂ ਕੀ ਕਰਾਉਣਾ ਸੀ, ਉਹ ਵੀ ਇੱਥੇ ਜ਼ਰੂਰੀ ਨੇ ਇੱਕ ਫੂਡ ਚੇਨ ਬਣਾਈ ਰੱਖਣ ਦੇ ਲਈ। ਹੁਣ ਜਿਹੜੇ ਡੱਡੂ ਨੇ, ਡੱਡੂ ਵੀ ਜ਼ਰੂਰੀ, ਉਹ ਮੱਖੀਆਂ ਨੂੰ ਖਾ ਰਹੇ ਆ। ਹੁਣ ਨਹੀਂ ਤਾਂ ਡੱਡੂ ਹੀ ਆਮ ਹੋ ਜਾਣ, ਡੱਡੂਆਂ ਨੂੰ ਸੱਪ ਖਾ ਰਹੇ ਨੇ, ਠੀਕ ਆ। ਤਾਂ ਸੱਪ ਆਮ ਹੋ ਜਾਣ, ਉਹਨਾਂ ਨੂੰ ਨਿਉਲਾ ਖਾਈ ਜਾਂਦਾ, ਤਾਂ ਇਹਨਾਂ ਸਭ ਚੀਜ਼ਾਂ ਨੂੰ ਵਿੱਚ ਬਾਜ ਖਾਈ ਜਾਂਦਾ, ਠੀਕ ਆ। ਤਾਂ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹੁੰਦੀਆਂ। ਹੁਣ ਜਿਵੇਂ ਘਾਹ ਗਾ, ਸਾਰੀ ਇੱਥੇ ਘਾਹ ਹੀ ਘਾਹ ਹੋ ਜੇ, ਤਾਂ ਘਾਹ ਨੂੰ ਖਾਣ ਦੇ ਲਈ ਵੀ ਜਿਵੇਂ ਕਿ ਗਾਵਾਂ, ਬੱਕਰੀਆਂ, ਭੇਡਾਂ, ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਨੂੰ ਖਾਈ ਜਾਂਦੀਆਂ। ਫਿਰ ਉਹਨਾਂ ਦੀ ਤਾਦਾਦ ਨਾ ਵਧੇ, ਉਹਨਾਂ ਨੂੰ ਖਾਣ ਦੇ ਲਈ ਸ਼ੇਰ, ਚੀਤੇ, ਕੋਈ ਇਹੋ ਜਿਹੇ ਜਾਨਵਰ ਨੇ, ਸਮਝੇ। ਤਾਂ ਇਹ ਸਾਰਾ ਇੱਕ ਸਿਸਟਮ ਹੁੰਦਾ, ਅਤੇ ਇਹ ਆਪਸ ਦੇ ਵਿੱਚ ਬਣਿਆ ਰਵੇ, ਮੇਨਟੇਨ ਰਵੇ, ਤਾਂ ਹੀ ਸਾਰਿਆਂ ਦੇ ਲਈ ਬੈਨੀਫਿਟ ਹੋਊਗਾ, ਸਮਝੇ। ਤਾਂ ਕਰਕੇ ਕਹਿੰਦੇ ਆ ਵੀ ਹਰ ਚੀਜ਼ ਜ਼ਰੂਰੀ ਆ। ਉਮੀਦ ਕਰਦਾ ਵੀ ਤੁਹਾਨੂੰ ਇੰਨਾ ਤਾਂ ਇਹ ਕਲੀਅਰ ਹੋ ਗਿਆ ਹੋਊਗਾ। ਅੱਗੇ ਦੇਖੋ, ਹੁਣ ਇਹਨੂੰ ਆਪਾਂ ਮੀਜ਼ਰ ਕਿਵੇਂ ਕਰਦੇ ਹਾਂ। ਮੀਜ਼ਰ ਕਰਨ ਦੇ ਲਈ ਇਹਦੇ ਦੋ ਕੰਪੋਨੈਂਟ ਹੁੰਦੇ ਆ, ਇੱਕ ਹੁੰਦਾ ਸਪੀਸੀਜ਼ ਰਿਚਨੈਸ, ਇੱਕ ਹੁੰਦਾ ਈਵਨੈਸ। ਹੁਣ ਜਿਹੜੀ ਈਵਨੈਸ ਇਹਦੇ 'ਚ ਤਾਂ ਹੁੰਦੀ ਆ ਕਮੀ, ਇਹਦੇ 'ਚ ਤਾਂ ਹੁੰਦੀ ਆ ਕਮੀ। ਆ ਰਿਚਨੈਸ ਵਾਲਾ ਤਾਂ ਤੁਹਾਨੂੰ ਪਤਾ ਹੀ ਆ ਵੀ ਜ਼ਿਆਦਾ ਰਿਚ ਹੋਊਗਾ, ਕਲੀਅਰ। ਹੁਣ ਜਿਹੜੀ ਇਹਦੇ 'ਚ ਹੈਗੀ ਆ ਰਿਚਨੈਸ, ਉਹਨੂੰ ਅੱਗੇ 3 ਦੇ ਵਿੱਚ ਡਿਵਾਈਡ ਕੀਤਾ ਹੁੰਦਾ। ਜਿਹੜੀ ਰਿਚਨੈਸ ਵਾਲੀ ਆ ਨਾ, ਹੁਣ ਧਿਆਨ ਨਾਲ ਸੁਣਿਓ ਥੋੜ੍ਹਾ ਜਿਹਾ, ਇਹਦੇ 'ਚ ਕੁਐਸਚਨ ਬਣਨੇ ਆ ਇਹਦੇ, ਤੁਹਾਨੂੰ ਜਿਹੜੀ ਮੈਂ ਚੀਜ਼ ਹੁਣ ਦੱਸੂਗਾ। ਜਿਹੜੀ ਇਹਦੇ 'ਚੋਂ ਸਪੀਸੀਜ਼ ਰਿਚਨੈਸ ਆ, ਇਹ ਕਾਹਦੇ ਲਈ ਆ, ਮੀਜ਼ਰ ਕਰਨ ਦੇ ਲਈ। 2 ਮੇਜਰ ਕੰਪੋਨੈਂਟ ਨੇ, ਇੱਕ ਰਿਚਨੈਸ, ਇੱਕ ਈਵਨੈਸ। ਜਿਹੜੀ ਰਿਚਨੈਸ ਆ ਇਹਦੇ 'ਚ ਹੈਗੀਆਂ ਨੇ ਅੱਗੇ 3, ਜਾਣੀ ਕਿ ਅਲਫਾ ਐਂਡ ਬੀਟਾ, ਇਸ ਤੋਂ ਬਾਅਦ ਗਾਮਾ। ਆ ਹੁਣ ਜਿਹੜੀਆਂ ਆਪਾਂ ਅਲਫਾ, ਬੀਟਾ, ਗਾਮਾ ਪੜ੍ਹਦੇ ਹਾਂ, ਉਹ ਕਿਹੜੀ 'ਚ ਆ, ਉਹ ਜਦੋਂ ਆਪਾਂ ਇਹਨੂੰ ਮੀਜ਼ਰ ਕਰਦੇ ਹਾਂ। ਮੀਜ਼ਰ ਕਰਨ ਦੇ ਲਈ ਕਿੰਨੇ ਕੰਪੋਨੈਂਟ ਦੱਸੇ ਮੈਂ ਤੁਹਾਨੂੰ, 2, ਇੱਕ ਰਿਚਨੈਸ, ਇੱਕ ਈਵਨੈਸ। ਕਮੀ ਵਾਲਾ, ਕਮੀ ਵਾਲੇ 'ਚ ਤਾਂ ਬਸ ਕਮੀ ਹੁੰਦੀ ਹੈ, ਉਹਨੂੰ ਤਾਂ ਆਪਾਂ ਲੋੜ ਹੀ ਨਹੀਂ। ਰਿਚਨੈਸ ਵਾਲਾ ਯਾਦ ਰੱਖਿਓ, ਕਿਉਂਕਿ ਅਲਫਾ, ਬੀਟਾ, ਗਾਮਾ ਤਿੰਨੋਂ ਨੇ ਜਿਹੜੇ, ਉਹ ਆਪਣੇ ਕਾਹਦੇ 'ਚ ਨੇ, ਇਹਦੇ 'ਚ ਨੇ, ਰਿਚਨੈਸ ਵਾਲੇ 'ਚ ਨੇ। ਹੁਣ ਆਪਾਂ ਅਲਫਾ ਦੀ ਗੱਲ ਕਰੀਏ, ਅਲਫਾ ਜਿਹੜਾ ਸੀ ਇਹ ਕਲਾਸੀਫਿਕੇਸ਼ਨ ਕਦੋਂ ਕੀਤਾ ਗਿਆ। ਅਲਫਾ ਦਾ ਕਲਾਸੀਫਿਕੇਸ਼ਨ 1972 ਦੇ ਵਿੱਚ ਕੀਤਾ ਗਿਆ ਸੀ। ਤਾਂ ਹੁਣ ਕੁਐਸਚਨ ਆਉਂਦਾ ਵੀ ਚਲੋ 1972 'ਚ ਆਪਾਂ ਮੰਨ ਲਿਆ ਵੀ ਕੀਤਾ, ਦੈਨ ਕੀਤਾ ਕਿਹਨੇ ਸੀ। ਇਹ ਤੁਸੀਂ ਕੋਈ ਵੀ ਕਮੈਂਟ ਕਰਕੇ ਆਨਸਰ ਦੱਸਿਓ ਇਹਦਾ, ਠੀਕ ਆ। ਅਤੇ ਨਹੀਂ ਬਾਅਦ ਦੇ ਵਿੱਚ ਮੈਂ ਤੁਹਾਨੂੰ ਆਨਸਰ ਕਮੈਂਟ ਦੇ ਵਿੱਚ ਪਿੰਨ ਕਰ ਦੂੰਗਾ। ਅਗਰ ਤੁਹਾਨੂੰ ਪਤਾ ਦੈਨ ਤਾਂ ਤੁਸੀਂ ਆਨਸਰ ਕਰਿਓ, ਅਗਰ ਨਹੀਂ ਵੀ ਪਤਾ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਹਾਂ ਸਾਨੂੰ ਆਉਂਦਾ ਜਾਂ ਨਹੀਂ ਆਉਂਦਾ। 1972 ਦੇ ਵਿੱਚ ਇਹ ਕਿਸੇ ਨੇ ਕੀਤਾ ਸੀ, ਠੀਕ ਆ। ਤਾਂ ਇਹਦੇ 'ਚ ਕੀ ਹੁੰਦਾ, ਕੋਈ ਖਾਸ ਏਰੀਆ ਲੈ ਲੈਂਦੇ ਆ ਜਾਂ ਫਿਰ ਈਕੋਸਿਸਟਮ ਲੈ ਲੈਂਦੇ ਆ, ਉਹਦੇ 'ਚ ਨੰਬਰ ਦੇਖਦੇ ਆ ਪ੍ਰਜਾਤੀ ਦਾ, ਠੀਕ ਆ, ਵੀ ਕਿੰਨੀ ਆ। ਤਾਂ ਉਹ ਮਤਲਬ ਕਿ ਇੱਕ ਖਾਸ ਏਰੀਏ ਦੇ ਵਿੱਚ, ਇਹਦੇ ਅਲਫਾ ਦੇ ਵਿੱਚ ਕੀ ਆ, ਕੋਈ ਪਾਰਟੀਕੂਲਰ ਏਰੀਆ ਹੁੰਦਾ, ਠੀਕ ਆ। ਉਹਦੇ 'ਚ ਉਹ ਕੋਈ ਵੀ ਉਹ ਹੁੰਦੀ ਆ, ਮਤਲਬ ਕਿ ਪ੍ਰਜਾਤੀ ਹੁੰਦੀ ਆ, ਉਹਦਾ ਨੰਬਰ ਦੇਖਦੇ ਆ ਵੀ ਉਹ ਕਿੰਨੇ ਗਿਣਤੀ ਦੇ ਵਿੱਚ ਆ। ਤਾਂ ਇਹ ਤਾਂ ਹੋ ਗਈ ਆਪਣੀ ਅਲਫਾ, ਓਕੇ। ਜਾਣੀ ਕਿ ਇੱਕ ਭਿੰਨ ਪ੍ਰਕਾਰ ਦੀਆਂ ਪ੍ਰਜਾਤੀਆਂ ਦੀ ਸੰਖਿਆ ਨੂੰ ਇੱਕ ਜਗ੍ਹਾ 'ਤੇ ਪਾਰਟੀਕੂਲਰ ਏਰੀਆ ਦੇ ਉੱਤੇ ਦਿਖਾਉਂਦਾ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਬੀਟਾ ਦੀ। ਇਹ ਹੁੰਦਾ ਕੰਪੈਰੀਜ਼ਨ। ਇਹਦੇ 'ਚ ਆਪਾਂ ਕੀ ਕਰਦੇ ਹਾਂ, ਮਤਲਬ ਕਿ ਇੱਕ ਤਰ੍ਹਾਂ ਦੀ ਇਹਦੇ 'ਚ ਕੀ ਹੁੰਦੀ ਆ, ਤੁਲਨਾ।
ਹੁਣ ਤੁਲਨਾ ਕਿਹਦੇ ਵਿਚਾਲੇ ਕਰਨੀ ਆ? ਈਕੋਸਿਸਟਮ ਦੇ, ਠੀਕ ਆ। ਤਾਂ ਬੀਟਾ ਦੇ ਵਿੱਚ ਕੀ ਆ, ਜਿਵੇਂ ਕਿ ਸਥਾਨਕ ਉਚਾਈ ਵਧਣ ਦੇ ਨਾਲ ਫਰਕ ਆਉਂਦਾ ਜਾਂਦਾ, ਜਿਵੇਂ ਕਿ ਸਮੁੰਦਰੀ ਕਿਨਾਰੇ ਵੈਸਟਰਨ ਘਾਟ ਆ, ਠੀਕ ਆ, ਉਹਦੇ ਇੱਕ ਪਾਸੇ ਕੁਝ ਆ, ਦੂਸਰੇ ਪਾਸੇ ਵੈਸਟਰਨ ਘਾਟ ਦੇ ਕੁਝ ਆ। ਤਾਂ ਇਹ ਚੀਜ਼ਾਂ ਦੇ ਵਿੱਚ ਆਪਣਾ ਆਉਂਦਾ ਬੀਟਾ ਦੇ ਵਿੱਚ ਰਿਚਨੈਸ। ਤਾਂ ਤੀਸਰੀ ਹੁੰਦੀ ਆਪਣੀ ਗਾਮਾ। ਇਹਦੇ 'ਚ ਕੀ ਹੁੰਦਾ, ਮੇਜ਼ਰ ਕੀਤੀ ਜਾਂਦੀ ਆ ਓਵਰਆਲ ਡਾਇਵਰਸਿਟੀ, ਠੀਕ ਆ। ਯਾਨੀ ਕਿ ਓਵਰਆਲ ਡਾਇਵਰਸਿਟੀ ਹੁੰਦੀ ਹੈ ਜਿਹੜੀ ਸਾਰੇ, ਜਿਵੇਂ ਕਿ ਅਲੱਗ-ਅਲੱਗ ਈਕੋਸਿਸਟਮ ਜਿੰਨੇ ਵੀ ਉਹ ਖੇਤਰ ਦੇ ਵਿੱਚ ਪਾਏ ਜਾਂਦੇ ਆ, ਸਾਰਿਆਂ ਨੂੰ ਇੱਕ ਵਾਰ 'ਚ ਹੀ ਮੇਜ਼ਰ ਕਰ ਦਿੰਦੇ ਆ, ਉਹਦੇ 'ਚ ਹੁੰਦਾ ਗਾਮਾ। ਕੈਲਕੂਲੇਟ ਇਹਦੇ 'ਚ ਹੁੰਦਾ ਹੁਣ ਬਰੋਡ ਏਰੀਆ 'ਤੇ ਕੀਤੀ ਜਾਂਦੀ ਹੈ ਇਹ। ਜਿਵੇਂ ਕਿ ਆਪਾਂ ਕਹੀਏ ਸਾਊਥ ਅਮਰੀਕਾ ਦਾ ਐਮਾਜ਼ੋਨ ਫੋਰੈਸਟ ਆ, ਪੂਰਾ ਹੀ ਕਵਰ ਕਰ ਲਿਆ ਜਾਂਦਾ, ਜਿੰਨੇ ਉਹਦੇ 'ਚ ਇਕੋਸਿਸਟਮ ਆ ਸਾਰੇ ਕਾਊਂਟ ਕਰ ਲੈਂਦੇ ਆ। ਇਹ ਕਾਹਦੇ 'ਚ ਆਪਾਂ ਕਾਊਂਟ ਕਰਾਂਗੇ? ਗਾਮਾ ਦੇ ਵਿੱਚ। ਜਿਵੇਂ ਕਿ ਅਫਰੀਕਾ ਕੰਟੀਨੈਂਟ ਆ, ਉਹਦੇ 'ਚ ਡੈਜ਼ਰਟ ਆ, ਉਹਦੇ 'ਚੋਂ ਵੀ ਉਹ ਸਾਰਾ ਹੀ ਕਵਰ ਕਰ ਲੈਣਗੇ ਇੱਕ ਵਾਰ 'ਚ, ਜਿੰਨੇ ਉਹਦੇ 'ਚ ਰਹਿੰਦੇ ਨੇ ਸਾਰਿਆਂ ਨੂੰ ਇੱਕ ਵਾਰ 'ਚ ਹੀ ਕਰ ਦੇਣਗੇ। ਇਹ ਵੀ ਕਾਹਦੇ 'ਚ ਆਉਂਦਾ? ਗਾਮਾ ਦੇ ਵਿੱਚ ਆਉਂਦਾ। ਤਾਂ ਹੁਣ ਤੁਹਾਨੂੰ ਆ ਗਿਆ, ਚਾਹੇ ਤਾਂ ਤੁਹਾਨੂੰ ਆ ਸਕਦਾ ਵੀ ਰੀਪ੍ਰਜੈਂਟੇਸ਼ਨ ਕਰਨ ਦੇ ਲਈ ਬਾਇਓਡਾਇਵਰਸਿਟੀ ਨੂੰ ਕੀ ਆ, ਤਾਂ ਕਹਾਂਗੇ ਅਲਫਾ, ਬੀਟਾ, ਗਾਮਾ। ਜਾਂ ਫਿਰ ਆ ਸਕਦਾ ਇਹਨੂੰ ਮੇਜ਼ਰ ਕਰਨ ਦੇ ਲਈ ਮੁੱਖ ਕਿੰਨੇ ਕੰਪੋਨੈਂਟ ਨੇ, ਤਾਂ ਆਪਾਂ ਕਹਾਂਗੇ 2। ਕਿਹੜੇ? ਇੱਕ ਤਾਂ ਪ੍ਰਜਾਤੀ ਰਿਚਨੈਸ, ਇੱਕ ਪ੍ਰਜਾਤੀ ਕਮੀ। ਤਾਂ ਇਹ ਦੋਨੋਂ ਨੇ। ਹੁਣ ਜਿਹੜੇ ਆਪਾਂ ਅਲਫਾ, ਬੀਟਾ, ਗਾਮਾ ਦੀ ਗੱਲ ਕਰੀ ਆ, ਜੇ ਇਹਨੂੰ ਆਪਾਂ ਕਲੀਅਰ ਕਰਕੇ ਦੇਖੀਏ ਤਾਂ ਇਹ ਜਿਹੜਾ ਰਿਚਨੈਸ ਵਾਲਾ, ਇਹਦਾ ਅੱਗੇ ਅਲਫਾ, ਬੀਟਾ, ਗਾਮਾ ਇਹਦੇ 'ਚੋਂ ਆਉਂਦੀ ਆ। ਅਲਫਾ 1972 ਦੇ ਵਿੱਚ ਪਹਿਲੀ ਵਾਰੀ ਵਰਗੀਕਰਨ ਕੀਤਾ ਗਿਆ ਸੀ ਅਲਫਾ ਦੇ ਅਕੋਰਡਿੰਗਲੀ। ਤਾਂ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਵੀ ਕਿਹੜਾ ਬੰਦਾ ਸੀ ਜਿਹਨੇ ਇਹ ਪਹਿਲੀ ਵਾਰ 1972 ਦੇ ਵਿੱਚ ਕਰਿਆ ਸੀ। ਔਰ ਏਰੀਆ ਹੁੰਦਾ ਵੀ ਖਾਸ ਏਰੀਆ ਦੇਖ ਲੈਂਦੇ ਆ, ਉਹਦੇ 'ਚ 19 ਪ੍ਰਜਾਤੀਆਂ ਦੇਖਦੇ ਆ। ਪਹਿਲਾਂ ਖਾਸ ਏਰੀਆ, ਉਹਦੇ 'ਚੋਂ ਪ੍ਰਜਾਤੀਆਂ ਦੇਖਣੀਆਂ, ਫਿਰ ਬੀਟਾ ਦੇ ਵਿੱਚ ਇਹ 2 ਜਾਂ ਵੱਧ ਈਕੋਸਿਸਟਮ ਨੂੰ ਆਪਸ ਦੇ ਵਿੱਚ ਤੁਲਨਾ ਕਰਨੀ। ਔਰ ਜਿਹੜਾ ਗਾਮਾ ਗਾ ਉਹਦੇ 'ਚ ਇੱਕ ਮਤਲਬ ਕਿ ਵੱਖ-ਵੱਖ ਈਕੋਸਿਸਟਮ ਇੱਕ ਸਮੇਂ 'ਤੇ ਇਕੱਠੇ ਹੀ ਦੇਖ ਲੈਣੇ। ਤਾਂ ਇਹਨੂੰ ਕਹਿੰਦੇ ਆ ਅਲਫਾ, ਬੀਟਾ, ਗਾਮਾ ਵਾਲਾ ਪ੍ਰੋਸੈਸ। ਉਮੀਦ ਕਰਦਾ ਵੀ ਤੁਹਾਨੂੰ ਇੰਨਾ ਕਲੀਅਰ ਹੋ ਗਿਆ ਹੋਊਗਾ। ਬਾਕੀ ਦੇਖੋ, ਜਿਨ੍ਹਾਂ ਨੇ ਹਜੇ ਤੱਕ ਵੀਡੀਓ ਨੂੰ ਲਾਈਕ ਨਹੀਂ ਕਰਿਆ ਤਾਂ ਪਲੀਜ਼ 1 ਸਕਿੰਟ ਲੱਗਣਾ, ਉਹ ਵੀਡੀਓ ਨੂੰ ਹੁਣੇ ਲਾਈਕ ਕਰ ਦਿਓ। ਔਰ ਜੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਪਹਿਲਾਂ ਸਬਸਕ੍ਰਾਈਬ ਕਰ ਲਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ। ਹੁਣ ਆਪਾਂ ਗੱਲ ਕਰਦੇ ਹਾਂ ਥੋੜ੍ਹੀ ਜਿਹੀ ਇੰਡੀਆ ਦੇ ਵਿੱਚ ਬਾਇਓਡਾਇਵਰਸਿਟੀ ਦੀ। ਤਾਂ ਦੇਖੋ, ਜੇ ਆਪਾਂ ਗੱਲ ਕਰੀਏ ਆਪਣਾ ਇੰਡੀਆ ਦੀ ਗੱਲ ਕਰੀਏ, ਸਪੀਚੀਜ਼ ਰਿਚਨੈਸ ਦੇ ਵਿੱਚ ਇੰਡੀਆ ਦਾ ਰੈਂਕ ਹੈਗਾ 7ਵਾਂ। ਕਾਹਦੇ 'ਚ? ਮੈਮਲ ਦੇ ਵਿੱਚ। 9th ਹੈਗਾ ਬਰਡਸ ਦੇ ਵਿੱਚ। 5th ਹੈਗਾ ਰੈਪਟਾਈਲਸ ਦੇ ਵਿੱਚ। ਤਾਂ ਇਹ ਫੈਕਟ ਆ, ਇਹਨੂੰ ਤੁਸੀਂ ਵੈਸੇ ਹੀ ਕਰ ਲਿਓ। ਆਪਣੇ ਇੰਡੀਆ ਦੇ ਵਿੱਚ ਜਿਹੜਾ ਫੋਰੈਸਟ ਦੇ ਟਰੀ ਕਵਰ ਆ ਉਹ ਤਕਰੀਬਨ 23-24% ਆ। ਇਸ ਤੋਂ ਬਾਅਦ ਇੱਕ ਟਰਮ ਆਉਂਦੀ ਆ ਬਾਇਓਮ, ਠੀਕ ਆ, ਬੜੀ ਇੰਪੋਰਟੈਂਟ ਟਰਮ ਆ, ਇਹਨੂੰ ਧਿਆਨ ਦੇ ਵਿੱਚ ਰੱਖਿਓ। ਦ ਟਰਮ ਬਾਇਓਮ, ਮੈਂ ਤੁਹਾਨੂੰ ਪਹਿਲਾਂ ਜਦੋਂ EVS ਦੇ ਕੁਐਸਚਨ ਕਰਵਾਏ ਸੀ, ਮੈਂ ਤੁਹਾਨੂੰ ਤਕਰੀਬਨ 2 ਜਾਂ 3 ਵੀਡੀਓ ਲਾ ਕੇ ਮੈਂ ਤੁਹਾਨੂੰ ਕਰਵਾਏ ਸੀਗੇ ਪੇਪਰ ਦੇ ਲਈ, ਵੀ ਹਾਂ ਆਪਣਾ ਉਦੋਂ ਤੱਕ ਜਿਹੜਾ EVS ਦਾ ਪੋਰਸ਼ਨ ਆ ਉਹ ਕਾਫੀ ਹੱਦ ਤੱਕ ਆਪਾਂ ਕੰਪਲੀਟ ਕਰ ਸਕੀਏ। ਉਹਦੇ 'ਚ ਵੀ ਮੈਂ ਤੁਹਾਨੂੰ ਬਾਇਓਮ ਕਰਾਇਆ ਸੀਗਾ। ਹੁਣ ਇਹਦਾ ਮੀਨਸ ਕੀ ਹੁੰਦਾ? ਦ ਮੇਨ ਗਰੁੱਪ ਆਫ ਦਾ ਪਲਾਂਟਸ ਐਂਡ ਐਨੀਮਲਸ ਲਿਵਿੰਗ ਇਨ ਏਰੀਆ ਆਫ ਸਰਟੇਨ ਕਲਾਈਮੇਟ ਪੈਟਰਨਸ, ਠੀਕ ਆ। ਅੱਗੇ ਦੇਖੋ, ਆਪਣੇ ਇੰਡੀਆ ਦੇ ਵਿੱਚ ਕਿੰਨੇ ਬਾਇਓਮ ਨੇ? 5 ਨੇ। ਇਸ ਤੋਂ ਬਾਅਦ ਉਹਨਾਂ ਦੇ ਨਾਮ ਨੇ, ਇਹਨਾਂ ਨੂੰ ਤੁਸੀਂ ਇੱਕ ਵਾਰੀ ਝਾਤੀ ਜ਼ਰੂਰ ਮਾਰ ਲਿਓ, ਕਿਹੜੇ ਆਪਣੇ ਬਾਇਓਮਸ ਨੇ। ਕਲੀਅਰ ਆ? ਹੁਣ ਦੇਖੋ, ਆਪਾਂ ਦੇਖਦੇ ਹਾਂ ਵੀ ਜਿਹੜੀ ਆਪਣੀ ਬਾਇਓਡਾਇਵਰਸਿਟੀ ਆ ਉਹ ਲਗਾਤਾਰ ਘਟਦੀ ਜਾ ਰਹੀ ਆ, ਠੀਕ ਆ। ਜਿਹੜੀ ਆਪਣੀ ਬਾਇਓਡਾਇਵਰਸਿਟੀ ਆ ਉਹ ਲਗਾਤਾਰ ਘਟ ਰਹੀ ਆ। ਤਾਂ ਹੁਣ ਇਹਦੇ ਮੁੱਖ ਕਾਰਨ ਕੀ ਨੇ? ਠੀਕ ਆ, ਲਗਾਤਾਰ ਡਿਕਰੀਜ਼ ਹੋ ਰਿਹਾ, ਠੀਕ ਆ। ਤਾਂ ਕੀ ਆ? ਇੱਕ ਤਾਂ ਦੇਖੋ ਪਹਿਲੇ ਨੰਬਰ 'ਤੇ ਤਾਂ ਕੀ ਹੋ ਰਿਹਾ ਆਪਣਾ? ਸ਼ਹਿਰੀਕਰਨ, ਅਰਬਨਾਈਜੇਸ਼ਨ ਹੋ ਰਿਹਾ। ਤਾਂ ਅਰਬਨਾਈਜੇਸ਼ਨ ਹੋਣ ਦੇ ਨਾਲ ਕਿਵੇਂ? ਕਿਉਂਕਿ ਜ਼ਿਆਦਾਤਰ ਲੋਕ ਕੀ ਕਰਦੇ ਨੇ? ਦਰੱਖਤ ਕੱਟੀ ਜਾਂਦੇ ਆ, ਤਾਂ ਮਤਲਬ ਕਿ ਆਪਣੀਆਂ ਉਹ ਬਣਾਉਣ ਦੇ ਲਈ। ਫੇਰ ਕੀ ਕਰੀ ਜਾਂਦੇ ਆ? ਆਪਣਾ ਪਲਾਸਟਿਕ ਪੋਲਿਊਸ਼ਨ ਆ, ਇਹ ਮਤਲਬ ਕਿ ਪਲਾਸਟਿਕ ਨਾਲ ਖਾਈ ਜਾਂਦੀ ਆ। ਮਤਲਬ ਕਿ ਅੱਜ ਕੋਈ ਗਊ ਫਿਰਦੀ ਆ ਜਾਂ ਕੋਈ ਅਵਾਰਾ ਜਾਨਵਰ ਫਿਰਦਾ, ਉਹਨੇ ਖਾ ਲਿਆ, ਅੱਗੇ ਉਹਦੇ ਬੱਚੇ ਦੇਣ ਦੀ ਪਾਵਰ ਆ ਜਿਹੜੀ ਉਹ ਖ਼ਤਮ ਹੋ ਜੂਗੀ ਔਰ ਕਿਸੇ ਬੱਚੇ ਨੂੰ ਉਹਨੇ ਜਨਮ ਦੇ ਦੇਣਾ। ਜਾਂ ਫਿਰ ਜਦੋਂ ਮਰ ਗਈ ਉਹਨੂੰ ਖਾ ਕੇ ਤਾਂ ਮਰਨਾ ਹੀ ਆ, ਕਿਉਂਕਿ ਉਹ ਡਾਈਜੈਸਟ ਨਹੀਂ ਕਰਦਾ ਨਾ ਪਲਾਸਟਿਕ ਨੂੰ, ਆਪਣਾ ਸਰੀਰ ਡਾਈਜੈਸਟ ਨਹੀਂ ਕਰਦਾ। ਜਿਹੜੀਆਂ ਚੀਜ਼ਾਂ ਖਾਣ ਲਈ ਬਣੀਆਂ ਉਹਨਾਂ ਨੂੰ ਈਜ਼ੀਲੀ ਆਪਾਂ ਪਚਾ ਪਾਉਂਦੇ ਹਾਂ। ਪਰ ਹੁਣ ਜੇ ਪਲਾਸਟਿਕ ਆ, ਜਾਂ ਤਾਂ ਫਿਰ ਉਲਟੀ ਆਊਗੀ ਜਾਂ ਫਿਰ ਅੰਦਰ ਜੇ ਮਤਲਬ ਕਿ ਹੋ ਗਿਆ ਆਪਰੇਸ਼ਨ ਕਰਕੇ ਆਪਾਂ ਕਢਾਉਂਦੇ ਹਾਂ ਚੀਜ਼, ਤਾਂ ਪਲਾਸਟਿਕ ਦੇ ਨਾਲ ਜਦੋਂ ਖਾ ਲੈਂਦੇ ਆ ਫਿਰ ਉਹ ਤਾਂ ਮਰ ਜਾਂਦਾ, ਉਹਨੂੰ ਜਿਹੜੀ ਚੀਜ਼ ਖਾਂਦੀ ਆ ਉਹਦੇ 'ਚ ਵੀ ਨੁਕਸ ਪੈਂਦਾ। ਤਾਂ ਇਹ ਹੁੰਦਾ ਪਲਾਸਟਿਕ ਪੋਲਿਊਸ਼ਨ ਦੇ ਕਾਰਨ ਹੋ ਰਿਹਾ। ਫਿਰ ਇਸ ਤੋਂ ਬਾਅਦ ਕਈ ਵਾਰ ਜੰਗਲਾਂ ਦੇ ਵਿੱਚ ਅੱਗ ਲੱਗ ਜਾਂਦੀ ਹੈ, ਜਿਵੇਂ ਐਮਾਜ਼ੋਨ ਦੇ ਵਿੱਚ ਲੱਗੀ, ਆਸਟ੍ਰੇਲੀਆ ਦੇ ਵਿੱਚ ਲੱਗੀ, ਠੀਕ ਆ। ਤਾਂ ਐਵੇਂ ਵੀ ਕਈ ਚੀਜ਼ਾਂ ਨੇ।
ਤਾਂ ਹੁਣ ਦੇਖੋ ਇਹਦੇ ਹੋਰ ਕਾਰਨ ਕੀ ਨੇ, ਕੁਝ ਕਿਹਦੇ ਨੈਚੁਰਲ ਕਾਜ਼ ਵੀ ਹੁੰਦੇ ਆ। ਇਹ ਨਹੀਂ ਹੈਗਾ ਵੀ ਆਪਾਂ ਹੀ ਖਰਾਬ ਕਰਦੇ ਆ ਸਾਰਾ ਕੁਝ। ਤਾਂ ਨੈਚੁਰਲ ਕਾਜ਼ ਕਿਵੇਂ ਨੇ, ਜਿਵੇਂ ਕਿਸੇ ਏਰੀਏ 'ਤੇ ਫਲੱਡ ਆ ਗਿਆ, ਜਾਂ ਫਿਰ ਉੱਥੇ ਅਰਥਕੁਇਕ ਆ ਗਿਆ, ਇਹਦੇ ਨਾਲ ਵੀ ਕਿੰਨੀਆਂ ਚੀਜ਼ਾਂ ਜਾਂਦੀਆਂ ਨੇ, ਜਾਂ ਫਿਰ ਕੋਈ ਲੈਂਡਸਲਾਈਡ ਹੋ ਗਈ, ਜਾਂ ਫਿਰ ਕੋਈ ਡਿਸੀਜ਼ ਆ ਗਈ, ਮਤਲਬ ਕਿ ਮਹਾਮਾਰੀ ਵੱਡੀ ਆ ਗਈ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਨੈਚੁਰਲ ਨੇ। ਹੁਣ ਆਪਾਂ ਗੱਲ ਕਰਦੇ ਹਾਂ ਥੋੜ੍ਹੀਆਂ ਜਿਹੀਆਂ ਮੈਨ ਮੇਡ, ਜਿਵੇਂ ਆਪਾਂ ਉੱਪਰ ਕਰਕੇ ਹਟਿਆ ਨਾ, ਤਾਂ ਇਹ ਚੀਜ਼ਾਂ ਹੋ ਗਈਆਂ। ਬਾਕੀ ਹੈਬੀਟੇਟ ਡਿਸਟਰਕਸ਼ਨ ਹੋ ਰਿਹਾ, ਮਤਲਬ ਉਹਨਾਂ ਦੇ ਰਹਿਣ ਸਥਾਨ ਨੇ, ਉਹਨਾਂ ਦੇ ਵਿੱਚ ਕਮੀ ਜਾਂ ਗਿਰਾਵਟ ਆ ਰਹੀ ਆ। ਦੂਸਰਾ, ਜਿਹੜੀਆਂ ਕਮਰਸ਼ੀਅਲ ਗਤੀਵਿਧੀਆਂ ਨੇ ਇਹਨਾਂ ਦੀਆਂ, ਉਹ ਇਹਨਾਂ ਨੇ ਜ਼ਿਆਦਾ ਵਧਾ ਦਿੱਤੀਆਂ ਨੇ। ਔਰ ਹੰਟਿੰਗ ਕਰਦੇ ਨੇ ਆਪਣੇ ਮਨੁੱਖ ਨੇ, ਜਿਹੜੇ ਹੰਟਿੰਗ ਕਰਦੇ ਆ, ਕਈ ਜੀਵਾਂ ਨੂੰ ਇਹ ਮਾਰ ਦਿੰਦੇ ਆ ਉੱਥੇ ਆਪਣੇ ਇੱਕ ਸ਼ੌਂਕ ਦੇ ਲਈ। ਤਾਂ ਇਹਦੇ 'ਚ ਹੋਰ ਕੀ, ਆਪਾਂ ਜ਼ਿਆਦਾ ਖੇਤੀ ਦੇਖੋ, ਜਿਵੇਂ ਜਿੰਨੀ ਆਪਣੀ ਪਾਪੂਲੇਸ਼ਨ ਵੱਧ ਰਹੀ ਆ, ਤਾਂ ਉਹਦੇ ਨਾਲ ਸਾਨੂੰ ਜਿਹੜੀ ਨੀਡ ਆ ਕਾਹਦੀ, ਫੂਡ ਦੀ, ਇਹ ਵੀ ਵੱਧ ਗਈ। ਅਤੇ ਫਿਰ ਇਹ ਤੋਂ ਬਾਅਦ ਸਾਨੂੰ ਏਰੀਆ ਦੀ, ਇਹ ਵੀ ਵੱਧ ਗਈ। ਤਾਂ ਇਹਨਾਂ ਦੋਨਾਂ ਨੂੰ ਫੁੱਲਫਿਲ ਕਰਨ ਦੇ ਲਈ ਅਸੀਂ ਏਰੀਆ ਕਿੱਥੋਂ ਲਿਆਵਾਂਗੇ, ਟਰੀਜ਼ ਤੋਂ। ਟਰੀਜ਼ ਕੱਟਾਂਗੇ ਤਾਂ ਕੀ ਕਰਾਂਗੇ ਅਸੀਂ, ਐਗਰੀਕਲਚਰ ਜ਼ਿਆਦਾ ਕਰਾਂਗੇ, ਠੀਕ ਆ। ਮਤਲਬ ਇਹਦੇ ਵਾਲਾ ਤਾਂ ਘਟ ਗਿਆ ਨਾ ਏਰੀਆ। ਅਤੇ ਫਿਰ ਜੇ ਹੁਣ ਬੱਚੇ ਸਾਡੇ ਜ਼ਿਆਦਾ ਨੇ ਤਾਂ ਏਰੀਆ ਚਾਹੀਦਾ, ਤਾਂ ਵੀ ਅਸੀਂ ਕੀ ਕਰਾਂਗੇ, ਟਰੀਜ਼ ਕੱਟਾਂਗੇ। ਟਰੀਜ਼ ਕੱਟ ਕੇ ਕੀ ਕਰਾਂਗੇ, ਉੱਥੇ ਹਾਊਸ ਬਣਾਵਾਂਗੇ। ਤਾਂ ਇਹ ਚੀਜ਼ਾਂ ਨੇ ਜਿਹੜੀਆਂ ਨੂੰ ਆਪਾਂ ਮਤਲਬ ਕਿ ਕਰਦੇ ਹਾਂ। ਜਾਂ ਫਿਰ ਕੋਈ ਵੈਟਲੈਂਡ ਏਰੀਆ ਗਾ, ਉਹਨੂੰ ਅਸੀਂ ਫਿਲ ਕਰ ਦਿੰਦੇ ਹਾਂ, ਪ੍ਰਦੂਸ਼ਣ ਕਰੀ ਜਾਂਦੇ ਹਾਂ। ਕੋਰਲ ਏਰੀਏ ਨੇ, ਉਹਨਾਂ ਦਾ ਖਾਤਮਾ ਕਰੀ ਜਾਂਦੇ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਨਾਲ ਬਾਇਓਡਾਇਵਰਸਿਟੀ ਆ ਜਿਹੜੀ, ਉਹ ਘਟਦੀ ਜਾ ਰਹੀ ਆ। ਉਮੀਦ ਕਰਦਾ ਤੁਸੀਂ ਇਹਨੂੰ ਨੋਟ ਕਰਿਆ ਹੋਊਗਾ। ਅੱਗੇ ਦੇਖੋ, ਹੁਣ ਇਹਨੂੰ ਕੰਜ਼ਰਵ ਕਰਨ ਦੇ ਲਈ, ਬਾਇਓਡਾਇਵਰਸਿਟੀ ਨੂੰ ਕੰਜ਼ਰਵ ਕਰਨ ਦੇ ਲਈ, ਮੈਂ BD ਕਹਿ ਸਕਦਾ ਇਹਨੂੰ, ਤੁਸੀਂ ਧਿਆਨ ਰੱਖਿਓ, ਠੀਕ ਆ। ਕੰਜ਼ਰਵ ਕਰਨ ਦੇ ਲਈ BD ਨੂੰ ਆਪਣੇ ਇੱਕ ਭਾਰਤ ਸਰਕਾਰ ਨੇ 2002 ਦੇ ਵਿੱਚ ਇੱਕ ਇੰਪਲੀਮੈਂਟ ਕੀਤਾ, CBD, ਕੰਜ਼ਰਵੇਸ਼ਨ ਆਫ ਬਾਇਓਡਾਇਵਰਸਿਟੀ। ਤਾਂ CBD ਆ ਸਕਦਾ, ਕੰਜ਼ਰਵੇਸ਼ਨ ਆਫ ਬਾਇਓਡਾਇਵਰਸਿਟੀ 2002, ਇਹ ਵੀ ਤੁਹਾਨੂੰ ਆ ਸਕਦਾ, ਇਹ ਐਕਟ ਆਪਣਾ। ਓਕੇ, ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੀ। ਔਰ ਇਹਦੇ ਨਾਲ ਹੀ ਇੱਕ ਬਣਾਈ ਗਈ ਸੀ, ਧਿਆਨ ਦੇ ਵਿੱਚ ਰੱਖਿਓ, CBD, ਯਾਨੀ ਕਿ ਕੰਜ਼ਰਵੇਸ਼ਨ ਆਫ ਬਾਇਓਡਾਇਵਰਸਿਟੀ ਐਕਟ 2002। ਤਾਂ ਇਹਦੇ ਨਾਲ ਇੱਕ ਬਣਾਈ ਸੀ, ਨੈਸ਼ਨਲ ਬਾਇਓ ਡਾਇਵਰਸਿਟੀ ਅਥਾਰਟੀ 2003। ਔਰ ਇਹਦਾ ਹੈੱਡਕੁਆਟਰ ਹੈਗਾ ਚੇਨਈ ਦੇ ਵਿੱਚ, ਤਾਮਿਲਨਾਡੂ। ਓਕੇ, ਤਾਂ ਇਹਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਵੀ ਇਹਦਾ ਕਿੱਥੇ ਆ। ਹੁਣ ਦੇਖੋ, 2 ਕਨਵੈਨਸ਼ਨ ਹੋਰ ਨੇ ਇਹਦੇ 'ਚ ਮੇਨ, ਜਿਹੜੀਆਂ ਤੁਸੀਂ ਕਰਨੀਆਂ ਨੇ। ਕਿੰਨੇ ਕਨਵੈਨਸ਼ਨ ਨੇ, ਬੇਸਿਕਲੀ 2 ਕਨਵੈਨਸ਼ਨ ਹੋਰ ਨੇ। ਇੱਕ ਪਲੀਜ਼ ਆਹ ਦੱਸਿਓ, ਜਿਵੇਂ ਕਿ ਸਟਰੈਚ ਹੋ ਰਹੀਆਂ ਲਾਈਨਾਂ, ਇਹ ਮਤਲਬ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਆ ਵੀ ਮੈਂ ਇਹਨਾਂ ਨੂੰ ਹਟਾ ਦਾਂ। ਹੁੰਦਾ ਇਕੱਲਾ ਇਹ ਪਾਵਰ ਪੁਆਇੰਟ ਦੇ ਵਿੱਚ ਹੀ ਆ। ਜਦੋਂ ਇੱਥੇ ਆਪਾਂ ਲਿਖਦੇ ਹਾਂ ਕੁਛ, ਠੀਕ ਆ, ਪੈਨ ਟੈਬ ਨਾਲ, ਤਾਂ ਦੈਨ ਉਦੋਂ ਆਹ ਚੀਜ਼ ਦੇ ਉੱਤੇ ਆ ਜਿਹੜੀ ਲਾਈਨ ਆਉਂਦੀ ਆ, ਤਾਂ ਪਲੀਜ਼ ਰਿਕੁਐਸਟ ਆ ਵੀ ਜੇ ਕਿਸੇ ਨੂੰ ਪਤਾ ਜਾਂ ਕੋਈ ਇਹਦਾ ਸੋਲਿਊਸ਼ਨ ਕਿਤੇ ਦੇਖਿਆ, ਦੈਨ ਉਹ ਤੁਸੀਂ ਸ਼ੇਅਰ ਜ਼ਰੂਰ ਕਰਿਓ। ਇਸ ਤੋਂ ਬਾਅਦ ਦੇਖੋ, ਇੱਕ ਆਪਾਂ ਇਹਦੇ 'ਚ 2 ਕਨਵੈਨਸ਼ਨ ਹੋਰ ਐਡ ਕੀਤੇ। ਇੱਕ ਇਹਦੇ ਐਕਟ ਦੇ ਵਿੱਚ ਇੱਕ ਕਾਰਟੀਜਨਾ, ਅੱਜ ਮੈਂ ਉੱਪਰ ਆਪਣੇ ਆਪ ਲੈਣ ਆ ਗਈ। ਤਾਂ ਇਹਨੂੰ ਪਲੀਜ਼ ਦੱਸਿਓ ਵੀ ਇਹ ਕਿਵੇਂ ਸਹੀ ਹੋ ਸਕਦਾ। ਇਹ ਮਤਲਬ ਕਿੱਥੇ ਹੋਇਆ ਸੀ, ਕਨਾਡਾ ਦੇ ਵਿੱਚ, ਯਾਨੀ ਕਿ ਕੈਨੇਡਾ ਦੇ ਵਿੱਚ। ਇੱਕ ਯਾਦ ਰੱਖਣਾ ਤੁਸੀਂ, ਨਗੋਇਆ, ਇਹ ਕਨਵੈਨਸ਼ਨ ਹੈ ਵੀ, ਇਹ 2010 ਜਾਪਾਨ ਦੇ ਵਿੱਚ ਹੋਇਆ। ਡਨ। ਤਾਂ ਇਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖਣਾ ਦੋਨਾਂ ਨੂੰ। ਅਤੇ ਹੁਣ ਜਿਹੜਾ ਇਹ ਸੀਗਾ, ਇਹਦੇ 'ਚ ਇਹਨਾਂ ਨੇ ਕਿਹਾ ਵੀ ਜਿਹੜੇ ਮੈਂਬਰ ਦੇਸ਼ ਨੇ ਉਹ ਇਹਦੇ 'ਚ ਕੀ ਕਰਨਗੇ, ਮੈਂਬਰ ਦੇਸ਼ ਭਾਗ ਲੈਣਗੇ, ਠੀਕ ਆ। ਜਿਹੜਾ ਇੱਧਰਲਾ ਸੀ, ਉਹ ਜਾਤੀਆਂ, ਮਤਲਬ ਜਿਹੜਾ ਆਹ ਕੈਨੇਡਾ ਵਾਲਾ ਗਾ, ਉਹ ਜਾਤੀਆਂ ਦਾ ਮਤਲਬ ਕਿ ਸੰਰਖਣ ਕੰਜ਼ਰਵ ਕਰਨਾ, ਜਿਨ੍ਹਾਂ ਨੂੰ 2 ਜੀਨਾਂ ਤੋਂ ਮਿਲ ਕੇ ਤੀਸਰੀ ਨਸਲ ਤਿਆਰ ਕੀਤੀ ਜਾਂਦੀ ਆ, ਯਾਨੀ ਕਿ 2 ਨੂੰ ਮਿਲਾ ਕੇ ਤੀਸਰੀ ਨਸਲ ਤਿਆਰ ਕੀਤੀ ਜਾਂਦੀ ਆ। ਇਹਨੂੰ ਕਹਿੰਦੇ ਨੇ ਲਿਵਿੰਗ ਮੋਡੀਫਾਈਡ ਔਰਗਨਿਜ਼ਮ, ਯਾਨੀ ਕਿ LMO, ਠੀਕ ਆ। ਇਸ ਤੋਂ ਬਾਅਦ ਦੇਖੋ, ਇਹਦੇ 'ਚ ਹੁੰਦੀਆਂ ਨੇ ਇੱਕ ਐਗਜ਼ੋਟਿਕ
ਐਗਜ਼ੋਟਿਕ ਸਪੀਸੀਜ਼ ਇਹ ਕਿਹੜੀਆਂ ਹੁੰਦੀਆਂ ਨੇ? ਇਹਦੇ 'ਚ ਮਤਲਬ ਕਿ ਹੱਕ ਹੁੰਦਾ, ਇਹ ਹੁੰਦੀ ਆ ਵੈਸੇ ਵਿਦੇਸੀ ਪ੍ਰਜਾਤੀ, ਇਹਨੂੰ ਆਪਾਂ ਕੀ ਕਹਿੰਦੇ ਆ? ਵਿਦੇਸੀ। ਜਿਵੇਂ ਕਿ ਇੱਥੇ ਮੰਨ ਲਓ A ਕੰਟਰੀ ਆ, B ਕੰਟਰੀ ਨੂੰ ਇਹ ਕੋਈ ਚੀਜ਼ ਭੇਜ ਰਹੀ ਹੈ ਇੱਥੋਂ, ਠੀਕ ਆ, ਇਹ ਤੋਂ ਮਤਲਬ ਕਿ ਕੋਈ ਚੀਜ਼ ਸੈਂਡ ਕਰ ਰਹੀ ਹੈ ਜਾਂ ਭੇਜ ਰਹੀ ਹੈ, ਐਕਸਪੋਰਟ ਕਰ ਰਹੀ ਹੈ ਇਹ ਚੀਜ਼ B ਨੂੰ, ਤਾਂ ਉਹਦੇ 'ਚ B ਦੇਸ਼ ਕੋਲੇ ਪੂਰਾ ਰਾਈਟ ਹੈਗਾ ਵੀ ਉਹ ਇਹਦੇ ਨਾਲ ਜਿਹੜੀ ਚੀਜ਼ ਭੇਜ ਰਿਹਾ ਵੀ ਇਹ ਦੇਖੇ ਕੋਈ ਇਹਦੇ ਨਾਲ ਕੋਈ ਹੋਰ ਖਤਰਨਾਕ ਪ੍ਰਜਾਤੀ ਨਾਲ ਤਾਂ ਨਹੀਂ ਲੱਗ ਕੇ ਆ ਰਹੀ। ਜਿਵੇਂ ਕਿ ਇੱਕ ਵਾਰ ਅਮਰੀਕਾ ਨੇ ਆਪਣੇ ਭਾਰਤ ਨੂੰ ਕੀ ਭੇਜਿਆ ਸੀ? ਕਣਕ, ਤਾਂ ਉਹਦੇ ਨਾਲ ਹੀ ਇਹਨੇ ਇੱਕ ਕੀ ਭੇਜਤਾ ਸੀ? ਕਾਂਗਰਸ ਘਾ, ਠੀਕ ਆ, ਤਾਂ ਇਹ ਚੀਜ਼ ਨਾਲ ਆ ਗਈ ਸੀ। ਤਾਂ ਇਹ ਚੀਜ਼ਾਂ ਤੋਂ ਬਚਣ ਦੇ ਲਈ ਕਾਰਟਾਜੀਨਾ ਔਰ ਨਗੋਇਆ ਕਨਵੈਨਸ਼ਨ 2010 ਜਾਪਾਨ ਔਰ ਇਹ ਵਾਲਾ ਕੈਨੇਡਾ ਦੇ ਵਿੱਚ ਹੋਇਆ ਸੀ, ਤਾਂ ਇਹ ਕਨਵੈਨਸ਼ਨ ਵੀ ਇਹਦੇ 'ਚ ਐਡ ਕੀਤੇ ਗਏ ਸੀ। ਇੰਨਾ ਤੁਹਾਨੂੰ ਇਹ ਕਲੀਅਰ ਹੋ ਗਿਆ? ਤਾਂ ਅੱਗੇ ਦੇਖੋ, ਆਪਾਂ ਹੁਣ ਗੱਲ ਕਰਨੇ ਆ ਮੈਥਡ ਇਹਨੂੰ ਕੰਜ਼ਰਵ ਕਰਨ ਦੇ ਲਈ, ਬਾਇਓਡਾਇਵਰਸਿਟੀ ਨੂੰ ਕੰਜ਼ਰਵ ਕਰਨ ਦੇ ਲਈ ਮੈਥਡ। ਇੱਕ ਤਾਂ ਹੁੰਦਾ ਇਨ ਸੀਤੂ, ਇੱਕ ਹੁੰਦਾ, ਇਹਨਾਂ ਦੇ ਵਿੱਚ ਕੁਛ ਯਾਦ ਨਹੀਂ ਕਰਨਾ, ਇਨ ਹੁੰਦਾ ਵਿੱਚ, ਐਕਸ ਹੁੰਦਾ ਬਾਹਰ, ਮਤਲਬ ਕਿ ਐਗਜ਼ਿਟ ਵਾਲਾ ਕੰਮ। ਬਸ ਇੰਨਾ ਕੁ ਧਿਆਨ ਦੇ ਵਿੱਚ ਰੱਖਿਓ, ਐਕਸ ਵਾਲਾ ਤਾਂ ਆਊਟਸਾਈਡ ਏਰੀਆ, ਠੀਕ ਆ, ਆ ਮਤਲਬ ਕਿ ਇਨ ਸੇਤੂ ਉਸੇ ਨੈਚੁਰਲ ਥਾਂ 'ਤੇ ਹੁੰਦਾ। ਬਸ ਇੰਨਾ ਕੀ ਧਿਆਨ ਰੱਖਣਾ, ਇਨ ਸੇਤੂ ਕੰਜ਼ਰਵ ਕਰਦਾ ਲੋਕਲ ਏਰੀਆ ਦੇ ਵਿੱਚ, ਜਿਹੜਾ ਐਕਸ ਸੇਤੂ ਆ ਇਹ ਆਊਟਸਾਈਡ ਏਰੀਆ ਦੇ ਵਿੱਚ ਜਾ ਕੇ ਗੈਰ ਨੈਚੁਰਲ 'ਤੇ ਚੀਜ਼ ਉਹਨੂੰ ਕੰਜ਼ਰਵ ਕਰਦਾ ਉੱਥੇ ਕਿਸੇ ਹੋਰ ਜਗ੍ਹਾ ਦੇ ਉੱਤੇ, ਠੀਕ ਆ। ਤਾਂ ਹੁਣ ਇਹਦੀਆਂ ਐਗਜ਼ਾਮਪਲ ਦੇਖੋ, ਜਿਹੜਾ ਤਾਂ ਇਨ ਸੇਤੂ ਆ ਇਹਦੇ 'ਚ ਕੀ ਹੁੰਦਾ ਸਾਡੇ ਕੋਲ, ਇਹ ਇੰਪੋਰਟੈਂਟ ਆ ਕਿਉਂਕਿ ਤੁਹਾਡਾ ਜਿਹੜਾ ਮੈਂ ਕੁਐਸਚਨ ਪੁੱਛਿਆ ਸੀ ਤੁਹਾਨੂੰ ਇਹਦੇ ਵਿੱਚੋਂ ਹੀ ਆ। ਨੈਸ਼ਨਲ ਪਾਰਕ, ਵਰਲਡ ਲਾਈਫ ਸੈਂਚੁਰੀ, ਬਾਇਓਸਫੀਅਰ ਰਿਜ਼ਰਵ, ਹੋਰ ਵੀ ਬਾਕੀ ਜਿੰਨੀਆਂ ਸੈਂਚੁਰੀ ਜਾਂ ਫਿਰ ਪ੍ਰੋਟੈਕਟਡ ਫੋਰੈਸਟ ਹੁੰਦੇ ਨੇ ਉਹ ਵੀ ਸਾਰੇ ਇਹਦੇ 'ਚ ਆ ਜਾਂਦੇ ਨੇ, ਠੀਕ ਆ। ਨੈਸ਼ਨਲ ਪਾਰਕ ਪਲਾਂਟ ਐਨੀਮਲ ਦੋਵੇਂ ਹੀ ਕੰਜ਼ਰਵ ਕਰੇ ਜਾਂਦੇ ਆ ਇਹਦੇ 'ਚ। ਵਰਲਡ ਲਾਈਫ ਸੈਂਚੁਰੀ 'ਚ ਕੋਈ ਖਾਸ ਪ੍ਰਜਾਤੀ ਜਿਵੇਂ ਕਿ ਕਾਜ਼ੀਰੰਗਾ ਦੇ ਵਿੱਚ ਇੱਕ ਸਿੰਗ ਵਾਲਾ ਗੈਂਡਾ ਕੀਤਾ ਵਾ, ਤਾਂ ਉਹ ਵੀ ਤੁਸੀਂ ਇਹਦੇ 'ਚ ਆਪਾਂ ਕਾਊਂਟ ਕਰਾਂਗੇ, ਠੀਕ ਆ। ਤਾਂ ਹੁਣ ਇਹਦਾ ਮਤਲਬ ਕੀ ਹੁੰਦਾ, ਇਹਨੂੰ ਆਪਾਂ ਕਿਉਂ ਕਰਦੇ ਹਾਂ? ਜਿਵੇਂ ਕਿ ਮੰਨ ਲਓ ਕੋਈ ਏਰੀਆ ਹੈਗਾ, ਠੀਕ ਆ, ਉਹਦੇ 'ਚ ਕੋਈ ਹਿਰਨ ਰਹਿੰਦਾ, ਕੁੱਤਾ ਬਿੱਲਾ ਕੁਛ ਵੀ ਰਹਿੰਦਾ, ਤਾਂ ਉੱਥੇ ਸਪੋਜ਼ ਕਰੋ ਵੀ ਕੋਈ ਬਿਮਾਰੀ ਚੱਲ ਗਈ ਜਾਂ ਕੋਈ ਇਹੋ ਜਿਹੀ ਹੋਰ ਕੋਈ ਡਿਸੀਜ਼ ਆ ਗਈ ਅਤੇ ਉਹਨੂੰ ਆਪਾਂ ਨੂੰ ਬਚਾਉਣ ਦੀ ਲੋੜ ਆ, ਤਾਂ ਉਹਨੂੰ ਆਪਾਂ ਕਿਤੇ ਆਸੇ ਪਾਸੇ ਕਰ ਦਾਂਗੇ ਉੱਥੇ, ਠੀਕ ਆ। ਜਾਂ ਫਿਰ ਜੇ ਤਾਂ ਦੇਖੋ ਇੱਥੇ ਮੰਨ ਲਓ ਆਹ ਇੱਕ ਜਗ੍ਹਾ ਗਈ, ਠੀਕ ਆ, ਇਹ ਅਤੇ ਆਹ ਮਤਲਬ ਪੂਰੀ ਵੱਡੀ ਜਗ੍ਹਾ ਸੀ, ਇਹ ਇੱਕ ਘਰ ਆ, ਇਹਦੇ 'ਚ ਸਾਰੇ ਕਿਤੇ ਬਿਮਾਰੀ ਫੈਲੀ, ਆਪਾਂ ਇੰਨਾ ਕੁ ਇੱਕ ਸ਼ੀਲਡ ਬਣਾ ਕੇ ਏ ਦੇ ਵਿੱਚ ਹੀ ਕਰਤਾ, ਤਾਂ ਇਹਨੂੰ ਤਾਂ ਅਸੀਂ ਕਹਾਂਗੇ ਇਨ ਸੀਤੂ ਮੈਥਡ। ਹੁਣ ਮੈਂ ਦੇਖਿਆ ਵੀ ਇੱਥੇ ਤਾਂ ਆ ਗਿਆ ਕੰਮ, ਮੈਂ ਇੱਥੇ ਲਿਜਾ ਕੇ ਕੰਜ਼ਰਵ ਕਰ ਰਿਹਾ ਬੀ 'ਤੇ, ਤਾਂ ਇਹਨੂੰ ਕਹਿੰਦੇ ਆ ਐਕਸ ਸੀਤੂ, ਮਤਲਬ ਕਿ ਬਾਹਰ ਕਰ ਰਹੇ ਹਾਂ, ਆ ਇਨ ਸੀਤੂ ਆਪਾਂ ਉਹਦੇ ਅੰਦਰ ਹੀ ਕਰ ਰਹੇ ਹਾਂ, ਕਲੀਅਰ ਆ। ਹੁਣ ਇਹਦੀਆਂ ਐਗਜ਼ਾਮਪਲਾਂ ਤੁਸੀਂ ਦੇਖ ਲਈਆਂ, ਹੁਣ ਇਨ ਸੀਤੂ ਵਾਲਾ ਜਿਹੜਾ ਉਹਦੀਆਂ ਵੀ ਦੇਖ ਲਓ। ਇਹਦੇ 'ਚ ਕੀ ਹੁੰਦਾ? ਬੋਟਨੀਕਲ ਗਾਰਡਨ, ਉਹਦੇ 'ਚ ਉਹਨਾਂ ਨੇ ਇੰਸਟੀਟਿਊਟ ਦਾ ਪੁੱਛਿਆ ਸੀ ਤਾਂ ਬੋਟਨੀਕਲ ਗਾਰਡਨ ਉਹਦਾ ਆਨਸਰ ਸੀਗਾ। ਅਤੇ ਹੋਰ ਇਹਦੇ 'ਚ ਹੁੰਦੇ ਆ ਜੂ ਪਹਿਲਾਂ ਇੰਟਰਟੇਨਮੈਂਟ ਦੇ ਲਈ ਹੁੰਦੇ ਸੀ, ਪਰ ਬਾਅਦ ਦੇ ਵਿੱਚ ਇਹਨੂੰ ਇਹਨਾਂ ਦੇ ਵਿੱਚ ਵੀ ਐਡ ਕਰ ਲਿਆ ਗਿਆ। ਬਾਕੀ ਹੁਣ ਇਹ ਤੁਸੀਂ ਦੱਸਣਾ ਵੀ ਜਿਹੜਾ ਨੈਸ਼ਨਲ ਪਾਰਕ ਆ ਉਹਨੂੰ ਡਿਕਲੇਅਰ ਵੀ ਕੇਂਦਰ ਸਰਕਾਰ ਕਰਦੀ ਆ, ਖ਼ਤਮ ਵੀ ਕਰਦੀ ਆ। ਔਰ ਫਸਟ ਇੰਡੀਆ ਦਾ ਨੈਸ਼ਨਲ ਪਾਰਕ ਸੀਗਾ ਜਿਮ ਕਾਰਬੇਟ ਨੈਸ਼ਨਲ ਪਾਰਕ ਕਿੱਥੇ ਆ? ਯੂਕੇ ਦੇ ਵਿੱਚ ਆ, ਠੀਕ ਆ। ਅਤੇ ਪਹਿਲਾਂ ਇਹਦਾ ਨਾਮ ਹੁੰਦਾ ਸੀ ਹੈਲੀ ਨੈਸ਼ਨਲ ਪਾਰਕ, ਇਹ ਲਾਰਜੈਸਟ ਵੀ ਆ ਇੰਡੀਆ ਦਾ, ਕਲੀਅਰ ਆ। ਬਾਕੀ ਇਹਨਾਂ ਦੇ ਵਿੱਚ ਜ਼ੋਨ ਹੁੰਦੇ ਨੇ, ਜਿਵੇਂ ਕਿ ਕੋਰ ਜ਼ੋਨ, ਬਫਰ ਜ਼ੋਨ। ਹੁਣ ਜਿਹੜਾ ਨੈਸ਼ਨਲ ਪਾਰਕ ਆ ਉਹਨੂੰ ਤਾਂ ਡਿਕਲੇਅਰ ਕੌਣ ਕਰੂਗੀ? ਹੁਣ ਨੈਸ਼ਨਲ ਨਾਮ 'ਚ ਹੀ ਨੈਸ਼ਨਲ ਆ ਗਿਆ, ਉਹਨੂੰ ਤਾਂ ਕੇਂਦਰ ਸਰਕਾਰ ਹੀ ਕਰੂਗੀ, ਜਾਂ ਫਿਰ ਉਹ ਖ਼ਤਮ ਕਰਨਾ ਤਾਂ ਵੀ ਕਰੂਗੀ ਔਰ ਡਿਕਲੇਅਰ ਕਰਨਾ ਤਾਂ ਵੀ ਕਰੂਗੀ। ਪਰ ਜਿਹੜੀ ਵਾਈਲਡ ਲਾਈਫ ਸੈਂਚੁਰੀ ਆ ਉਹਨੂੰ ਰਾਜ ਅਤੇ ਕੇਂਦਰ ਦੋਵੇਂ ਡਿਕਲੇਅਰ ਕਰ ਸਕਦੇ ਆ, ਦੋਵੇਂ ਉਹਨੂੰ ਖ਼ਤਮ ਕਰ ਸਕਦੇ ਆ। ਤਾਂ ਇਹ ਚੀਜ਼ ਸੀਗੀ ਆਪਣੀ ਅੱਜ ਬਾਇਓਡਾਇਵਰਸਿਟੀ ਦੇ ਬਾਰੇ। ਆਪਾਂ ਅਗਲਾ ਟੌਪਿਕ ਕਰਨਾ ਗਾ ਇਸ ਤੋਂ ਬਾਅਦ ਰੈੱਡ ਡੇਟਾ ਬੁੱਕ ਦੇ ਬਾਰੇ, ਯਾਨੀ ਕਿ ਰੈੱਡ ਡੇਟਾ ਬੁੱਕ ਔਰ IUCN ਇਹਦੇ ਬਾਰੇ।
ਤਾਂ ਹੁਣ ਤੁਹਾਨੂੰ ਉਮੀਦ ਕਰਦਾ ਵੀ ਇਹਦਾ ਆਨਸਰ ਵੀ ਕਲੀਅਰ ਹੋ ਗਿਆ ਹੋਊਗਾ। ਤਾਂ ਦੇਖੋ ਵਿਚ ਵਨ ਆਫ ਦਾ ਫੋਲੋਇੰਗ ਇਜ਼ ਨਾਟ ਅ ਸਾਈਟ ਫॉर ਇਨ ਸਿਤੂ ਮੈਥਡ। ਤਾਂ ਇਹਦੇ 'ਚੋਂ ਆਪਾਂ ਬੋਟਨੀਕਲ ਗਾਰਡਨ ਜਿਹੜਾ ਇਹ ਆਪਾਂ ਹੁਣੇ ਪੜ੍ਹਿਆ ਵੀ ਇਹ ਕਿਹੜੇ 'ਚ ਆਉਂਦਾ, ਇਹ ਆਪਾਂ ਪੜ੍ਹਿਆ ਐਕਸ ਸੀਤੂ ਦੇ ਵਿੱਚ। ਓਕੇ, ਤਾਂ ਐਕਸ ਸੀਤੂ ਦੇ ਵਿੱਚ ਪੜ੍ਹਿਆ। ਔਰ ਬਾਕੀ ਅੱਜ ਇੰਟਰਨੈਸ਼ਨਲ ਡੇ ਫੋਰੈਸਟ ਆ, ਤਾਂ ਸਾਰੇ ਜਣਿਆਂ ਨੂੰ ਬੇਨਤੀ ਆ ਵੀ ਕੋਈ ਨਾ ਕੋਈ ਇੱਕ ਟਰੀ ਜ਼ਰੂਰ ਲਾਇਓ। ਤਾਂ ਜਾਂ ਫਿਰ ਤੁਸੀਂ ਜਿਵੇਂ ਹੁਣ ਕਿਸੇ ਦਾ ਕੋਈ ਬਰਥਡੇ ਹੁੰਦਾ ਕਮ ਸੇ ਕਮ ਮੰਥ ਦੇ ਵਿੱਚ ਜਿੰਨਿਆਂ ਦੇ ਆਉਂਦੇ ਆ ਤਾਂ ਤੁਸੀਂ ਉਹਨਾਂ ਨੂੰ ਤਾਂ ਸੇਧ ਦੇ ਹੀ ਸਕਦੇ ਹੋ। ਇਹ ਨਾ ਸੋਚਿਆ ਕਰੋ ਮੇਰੇ ਇੱਕ ਦਰਖਤ ਦੇ ਨਾਲ ਕੀ ਹੁੰਦਾ। ਤੁਸੀਂ ਵੱਧ ਤੋਂ ਵੱਧ 80 ਸਾਲ ਤੱਕ ਜਿਉਣਾ, ਪਰ ਇੱਕ ਟਰੀ ਜੇ ਤੁਸੀਂ ਉਹਨੂੰ ਪ੍ਰੋਪਰ ਦੇਖਭਾਲ ਕਰਦੇ ਹੋ ਕਈ ਸਦੀਆਂ ਤੱਕ ਜਿਉਂਦਾ ਰਹਿੰਦਾ। ਔਰ ਕਿੰਨਿਆਂ ਨੂੰ ਉਹ ਪ੍ਰਦੂਸ਼ਣ ਤੋਂ ਬਚਾਉਂਦਾ, ਕਿੰਨਿਆਂ ਨੂੰ ਉਹ ਆਕਸੀਜਨ ਦਿੰਦਾ, ਆਪਣੀ ਹਵਾ ਪਾਣੀ ਸਭ ਚੀਜ਼ ਸ਼ੁੱਧ ਕਰਦਾ। ਤਾਂ ਉਹਨੂੰ ਤੁਸੀਂ ਪਲੀਜ਼ ਰਿਕੁਐਸਟ ਆ ਵੀ ਤੁਸੀਂ ਇੱਕ ਦਰਖਤ ਜ਼ਰੂਰ ਲਾਇਓ ਸਾਰੇ ਆਏ ਆਪਣੇ ਜਨਮ ਦਿਨ ਦੇ ਉੱਤੇ। ਐਵੇਂ ਹੀ ਤੁਸੀਂ ਕੇਕ ਕੱਟ ਕੇ ਫੋਟੋਆਂ ਸੈਲਫੀਆਂ ਨਾ ਇੰਨੀਆਂ ਫਾਰਮੈਲਟੀਆਂ ਕਰਿਆ ਕਰੋ। ਤਾਂ ਪਲੀਜ਼ এনवायरमेंट ਲਈ ਵੀ ਥੋੜ੍ਹੇ ਜਿਹੇ ਅਵੇਅਰ ਹੋਇਆ ਕਰੋ। ਜਿਹੜੇ ਵੀ ਡੇ ਨੇ ਇਹ ਆਪਣੇ ਲਈ ਰੱਖੇ ਗਏ ਆ, ਨਹੀਂ ਹੁਣ ਇਹ ਕੋਈ ਦਰਖਤਾਂ ਨੇ ਥੋੜ੍ਹੀ ਦਿਨ ਦੇਖਣੇ ਆ, ਇਹ ਆਪਾਂ ਨੂੰ ਸਮਝਾਉਣ ਦੇ ਲਈ ਹੁੰਦਾ ਵੀ ਯਾਦ ਆਪਾਂ ਇਹਨੂੰ ਰੱਖ ਸਕੀਏ। ਤਾਂ ਇਹਦੀ ਇੱਕ 2022 ਦੀ ਥੀਮ ਸੀਗੀ ਜਿਹੜੀ ਫੋਰੈਸਟਸ ਐਂਡ ਸਸਟੇਨੇਬਲ ਪ੍ਰੋਡਕਸ਼ਨ ਐਂਡ ਕੰਜ਼ੰਪਸ਼ਨ। ਇਹਨੂੰ ਤੁਸੀਂ ਯਾਦ ਰੱਖਣਾ। 21 ਮਾਰਚ ਇੰਟਰਨੈਸ਼ਨਲ ਡੇ ਆਫ ਫੋਰੈਸਟ ਫਸਟ 2013 ਦੇ ਵਿੱਚ। ਬਾਕੀ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਵੀ ਮੈਂ ਤੁਹਾਨੂੰ ਕਲੀਅਰ ਕਰਵਾ ਸਕਾਂ। ਬਾਕੀ ਐਂ ਹੁੰਦਾ ਵੀ ਵੀਡੀਓ ਜ਼ਿਆਦਾ ਫਿਰ ਬਹੁਤ ਲੰਬੀ ਹੋ ਜਾਂਦੀ ਹੈ, ਪੜ੍ਹਨ ਨੂੰ ਤਾਂ ਇਹਦੇ 'ਚ ਹੋਰ ਚੀਜ਼ਾਂ ਵੀ ਬਹੁਤ ਆ। ਬਾਕੀ ਇੰਡੀਆ ਦੇ ਵਿੱਚ ਆਪਣੇ 10 ਬਾਇਓਜੀਗ੍ਰਾਫਿਕ ਜ਼ੋਨ ਨੇ ਅਤੇ ਆਹ ਉਹਨਾਂ ਦੇ ਨਾਮ ਨੇ। ਇਹਨਾਂ ਨੂੰ ਵੀ ਤੁਸੀਂ ਇੱਕ ਵਾਰ ਪੜ੍ਹ ਲਿਓ, ਸਕਰੀਨਸ਼ਾਟ ਲੈਣਾ ਸਕਰੀਨਸ਼ਾਟ ਲੈ ਲਿਓ। ਤਾਂ ਮੈਂ ਤੁਹਾਨੂੰ ਆਪਣੇ ਵੱਲੋਂ ਪੂਰਾ ਕਰਵਾਤਾ। ਇਹ ਤੋਂ ਬਾਅਦ ਦੇਖੋ ਬਾਇਓਡਾਇਵਰਸਿਟੀ ਹੌਟ ਸਪੋਟਸ। ਇਹ ਹੁੰਦੇ ਨੇ ਜਿੱਥੇ ਮਤਲਬ ਕਿ ਹਾਈ ਸਪੀਸੀਜ਼ ਰਿਚਨੈਸ ਹੁੰਦੀ ਆ ਨਾ, ਤਾਂ ਉਹਨੂੰ ਕਹਿੰਦੇ ਹਾਈ ਡਿਗਰੀ ਜਾਂ ਫਿਰ ਐਂਡਿਜ਼ਮ ਵੀ ਹੁੰਦਾ ਹੋਵੇ। ਨਾਲੇ ਤਾਂ ਮਤਲਬ ਕਿ ਪ੍ਰਜਾਤੀਆਂ ਵੀ ਜ਼ਿਆਦਾ ਹੋਣ ਔਰ ਖ਼ਤਮ ਹੋਣ ਦੀ ਕਗਾਰ ਵੀ ਉੱਥੇ ਤੇਜ਼ ਹੋਣੀ ਚਾਹੀਦੀ ਆ। ਤਾਂ ਇਹਨੇ ਇਹ ਟਰਮ ਜਿਹੜੀ ਕੋਇਨ ਕੀਤੀ ਸੀ ਉਹ ਸੀਗਾ ਨਾਰਮਨ ਮਾਇਰਸ। ਇਹਨੇ ਕੋਇਨ ਕੀਤੀ ਸੀ 1988 ਦੇ ਵਿੱਚ। ਓਕੇ, ਇਹਨੂੰ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ। ਬਾਕੀ ਦੇਖੋ ਜਿਨ੍ਹਾਂ ਨੂੰ PDF ਚਾਹੀਦਾ ਜਾਂ ਫਿਰ ਆਪਾਂ ਕੋਈ ਵੀ ਕਰੰਟ ਦਾ ਟੌਪਿਕ ਹੁੰਦਾ ਜਾਂ ਫਿਰ ਕਰੰਟ ਦੇ MCQ ਹੁੰਦੇ ਨੇ, ਉਹ ਮੈਂ ਸ਼ੇਅਰ ਕਰਦਾ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ। ਇਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਜਾਂ ਫਿਰ ਤੁਸੀਂ ਪ੍ਰੀਤ ਐਜੂਕੇਸ਼ਨ ਦਾ ਨਾਮ ਸਰਚ ਕਰ ਲਿਓ, ਜਾਂ ਫਿਰ ਇਹਦੇ 'ਤੇ ਤੁਸੀਂ ਆਹ ਵਾਲਾ ਤੁਹਾਨੂੰ ਲਿੰਕ ਦਿੱਤਾ ਹੋਇਆ ਇੱਥੋਂ ਕਰ ਲਿਓ। ਜਿਨ੍ਹਾਂ ਨੇ ਹਜੇ ਤੱਕ ਵੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਰਿਕੁਐਸਟ ਆ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਔਰ ਬੈਲ ਨੋਟੀਫਿਕੇਸ਼ਨ ਔਨ ਕਰ ਲਿਓ, ਤਾਂ ਜੋ ਜਦ ਵੀ ਕੋਈ ਵੀਡੀਓ ਅਪਡੇਟ ਕਰੀਏ। ਇਸ ਤੋਂ ਬਾਅਦ ਆਪਾਂ ਅੱਜ 2 ਵਜੇ ਪੋਲਿਟੀ ਦੀ ਲਾਈਵ ਕਲਾਸ ਹੋਊਗੀ। ਗਵਰਨਰ ਵਾਲਾ ਟੌਪਿਕ ਆਪਣਾ ਚੱਲ ਰਿਹਾ, ਇੱਕ ਪਾਰਟ ਉਹਦਾ ਆ ਗਿਆ। ਜਿਨ੍ਹਾਂ ਨੇ ਉਹ ਨਹੀਂ ਦੇਖਿਆ ਤਾਂ ਪੋਲਿਟੀ ਦੀ ਆਪਣੀ ਪਲੇਲਿਸਟ ਆ, ਉਹਦੇ 'ਚੋਂ ਚੈੱਕ ਕਰ ਲਿਓ। ਗਵਰਨਰ ਦਾ ਫਸਟ ਪਾਰਟ ਆ ਚੁੱਕਿਆ ਅਤੇ ਅੱਜ ਆਪਾਂ ਸੈਕਿੰਡ ਪਾਰਟ ਕਰਨਾ। ਔਰ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਆਪਣੇ ਪਹਿਲਾਂ ਪੰਜਾਬ ਦੇ ਐਗਜ਼ਾਮ ਦੇ ਵਿੱਚ ਜਿਨ੍ਹਾਂ ਨੇ ਕੋਈ ਸਬ ਇੰਸਪੈਕਟਰ ਦਾ ਜਾਂ IA ਦੇ ਐਗਜ਼ਾਮ ਦਿੱਤੇ ਸੀ, ਉਹਨਾਂ ਦੇ ਵਿੱਚ ਇਹਨੂੰ ਲੈ ਕੇ ਕਿਹੜੇ ਡਾਇਰੈਕਟ ਆਰਟੀਕਲ ਗਵਰਨਰ ਦੇ ਵਿੱਚੋਂ ਜਾਂ ਫਿਰ ਉਹਦੀ ਪਾਵਰ ਨੂੰ ਲੈ ਕੇ ਪੁੱਛੇ ਗਏ ਸੀ, ਤਾਂ ਤੁਹਾਨੂੰ ਉਹ ਵੀ ਮੈਂ ਕਲੀਅਰ ਕਰਵਾਊਂਗਾ। ਔਰ ਗਵਰਨਰ ਦਾ ਟੌਪਿਕ PPSC UPSC ਲਈ ਵੀ ਆਪਾਂ ਕਲੀਅਰ ਕਰਨਾ। ਔਰ ਇਹਦਾ ਆਪਾਂ ਅੱਗੇ ਰੈੱਡ ਡੇਟਾ ਬੁੱਕ ਦੇ ਬਾਰੇ ਕਰਨਾ, ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਔਰ ਅੱਜ 2 ਵਜੇ ਲਾਈਵ ਕਲਾਸ ਦੇ ਵਿੱਚ ਜ਼ਰੂਰ ਜੁੜਿਓ। ਵੀਡੀਓ ਦੇਖਣ ਲਈ ਸਭ ਦਾ ਥੈਂਕ ਯੂ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।